ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨਦਰ ਕਰਨੀ ਮਹਾਰਾਜ, ਧੰਨ ਧੰਨ ਗੁਰੂ ਨਾਨਕ ਸਾਹਿਬ ਹਜੂਰ। ਭੂਲ ਛਿਮੋ ਹਮਰੀ ਪ੍ਰਭਾਪਨ, ਭੂਲਨਹਾਰ ਕਹਾਂ ਕੋ ਮੋਸੋ, ਮਿਲ ਜਗਦੀਸ਼ ਮਿਲਨ ਕੀ ਬਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ 8ਵੀਂ ਪੌੜੀ ਦੀ ਵਿਚਾਰ, ਆਖਰੀ ਪੌੜੀ ਦੀ ਵਿਚਾਰ ਅੱਜ ਕਰਨੀ ਹੈ, ਆਸਾ ਦੀ ਵਾਰ ਦੀ। ਕੁਝ ਚਿਰ ਤੋਂ ਅਸੀਂ ਇਸ ਬਾਣੀ ਦੀ ਵਿਚਾਰ ਵਿੱਚ ਉਤਰੇ ਹਾਂ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਇਸ ਬਾਣੀ ਦੇ ਜ਼ਰੀਏ ਕਰ ਰਹੇ ਹਾਂ। ਹਜੂਰ ਇਸ ਬਾਣੀ ਵਿੱਚ ਸਾਨੂੰ ਜੀਵਨ ਬਾਰੇ ਸਮਝਾ ਰਹੇ ਹਨ ਔਰ ਇਸ ਪੌੜੀ ਵਿੱਚ ਮਹਾਰਾਜ ਨੇ ਸਾਨੂੰ ਇਹ ਸਮਝਾਇਆ ਹੈ ਕਿ ਚਿੰਤਾ ਦਾ ਨਿਰੰਕਾਰ ਨਾਲ ਕੀ ਰਿਸ਼ਤਾ ਹੈ, ਮੇਰੇ ਨਾਲ ਕੀ ਰਿਸ਼ਤਾ ਹੈ, ਔਰ ਚਿੰਤਾ ਔਰ ਨਾਮ ਦਾ ਕੀ ਰਿਸ਼ਤਾ ਹੈ। ਜਦੋਂ ਨਾਮ ਆਉਂਦਾ ਹੈ ਤਾਂ ਚਿੰਤਾ ਚਲੀ ਜਾਂਦੀ ਹੈ। ਮਹਾਰਾਜ ਬਾਣੀ ਕਹਿੰਦੀ ਹੈ, ਗੁਰੂ ਇਹ ਵੀ ਦੱਸ ਰਹੇ ਹਨ ਕਿ ਨਿਰੰਕਾਰ ਚਿੰਤਾ ਕਰਦਾ ਹੈ। ਇਸ ਜਗ ਨੂੰ ਉਪਾਏ ਕੇ ਪ੍ਰਗਟ ਕਰਕੇ ਉਹਦੀ ਚਿੰਤਾ ਵਿੱਚ ਉਹਦੇ ਧਿਆਨ ਕਰਕੇ ਇਹ ਜਗ ਚੱਲ ਰਿਹਾ ਹੈ। ਇਹ ਚਿੰਤਾ ਕੱਲੀ ਮੇਰੀ ਨਹੀਂ ਹੈ। ਹਜੂਰ ਨਿਰੰਕਾਰ ਵੀ ਚਿੰਤਾ ਕਰਦੇ ਹਨ, ਦੱਸ ਰਹੇ ਹਨ ਸਾਨੂੰ। ਜਦੋਂ ਮੈਂ ਚਿੰਤਾ ਕਰਦਾ ਹਾਂ ਤਾਂ ਇਹ ਗੱਲ ਮੇਰੇ ਸਾਹਮਣੇ ਨਹੀਂ ਹੁੰਦੀ ਕਿ ਨਿਰੰਕਾਰ ਵੀ ਚਿੰਤਾ ਕਰਦਾ ਹੈ, ਉਹਨੂੰ ਸਭ ਦਾ ਫਿਕਰ ਹੈ। ਇਸ ਪਦੇ ਵਿੱਚ ਇਹ ਗੱਲ ਸਾਹਿਬ ਨੇ ਸਾਨੂੰ ਸਮਝਾਈ ਹੈ। ਜਦੋਂ ਅਸੀਂ ਆਪਣੀ ਚਿੰਤਾ ਦੇ ਨਾਲ ਨਿਰੰਕਾਰ ਦੀ ਚਿੰਤਾ ਦੀ ਗੱਲ ਜੋੜਦੇ ਹਾਂ ਤਾਂ ਕੁਝ ਵੱਖਰਾ ਹੀ ਪਰਸਪੈਕਟਿਵ ਜੀਵਨ ਦਾ ਦਿਖਦਾ ਹੈ। ਜਿਨ ਕਰਤੇ ਕਰਨਾ ਕੀਆ, चिंता भी करनी ताहे, सो करता चिंता करे, जिन उपाया जग। निरंकार ਦੀ ਇਸ ਗੱਲ ਦੇ ਵਿੱਚ, ਇਸ ਬਾਣੀ ਦੇ ਧਿਆਨ ਦੇ ਵਿੱਚ ਇੱਕ ਬੇਫਿਕਰੀ ਜਿਹੀ ਉਤਰ ਜਾਂਦੀ ਹੈ ਮਨ ਵਿੱਚ। ਮੈਂ ਹੀ ਕੇਵਲ ਫਿਕਰ ਕਰ ਰਿਹਾ ਹਾਂ, ਮੇਰੀ ਫਿਕਰ ਕਰਕੇ ਹੀ ਮੇਰਾ ਜੀਵਨ ਚੱਲ ਰਿਹਾ ਹੈ। ਪਰ ਜੀਵਨ ਤਾਂ ਸਭ ਦਾ ਚੱਲ ਰਿਹਾ ਹੈ। ਸਾਰੀ ਸ੍ਰਿਸ਼ਟੀ, ਅਨੇਕਾਂ ਹੀ ਪਾਤਾਲ ਹਨ, ਮਹਾਰਾਜ ਕਹਿ ਰਹੇ ਹਨ। ਅਨੇਕਾਂ ਹੀ ਜੀ ਜੰਤ ਹਨ, ਸਭ ਚੱਲ ਰਹੇ ਹਨ। ਇਹ ਗੱਲ ਇਸ ਬਾਣੀ ਨਾਲ ਮੈਨੂੰ ਸਮਝ ਆ ਰਹੀ ਹੈ। ਅਗਰ ਮੈਂ ਬੇਫਿਕਰ ਨਾ ਵੀ ਹਾਂ ਤਾਂ ਇੱਕ ਗੱਲ ਤਾਂ ਮੈਨੂੰ ਜ਼ਰੂਰ ਸੰਭਾਲਣੀ ਚਾਹੀਦੀ ਹੈ ਕਿ ਮੈਂ ਇਕੱਲਾ ਨਹੀਂ ਹਾਂ। ਨਿਰੰਕਾਰ ਮੇਰੇ ਨਾਲ ਜੀਵਨ ਦੇ ਵਿੱਚ ਵਿਚਰਦਾ ਹੈ। ਸਾਡੇ ਅੱਜ ਕੱਲ੍ਹ ਦੇ ਜੀਵਨ ਦੇ ਵਿੱਚ ਫਿਕਰ, ਚਿੰਤਾ ਔਰ ਉਹਦੇ ਕਰਕੇ ਇੱਕ ਅਕੇਲਾਪਨ, ਇੱਕ ਲੋਨਲੀਨੈਸ ਉਤਰਦੀ ਹੈ ਮਨ ਵਿੱਚ। ਕਿਉਂਕਿ ਮਨ ਦੇ ਹਉਮੈ ਦੇ ਜਿਹੜੇ ਲੱਛਣ ਹਨ ਉਹ ਮੈਂ ਨੂੰ ਇਨਸੂਲੇਟ ਕਰ ਦਿੰਦੇ ਹਨ ਬਾਕੀਆਂ ਤੋਂ। ਮੈਂ ਹੀ ਹਾਂ, ਮੇਰੇ ਵਿਚਾਰ ਹੀ ਮੈਨੂੰ ਘੇਰ ਲੈਂਦੇ ਹਨ ਤਾਂ ਮੈਂ ਆਪਣੇ ਆਪ ਤੋਂ ਹੀ ਟੁੱਟ ਜਾਂਦਾ ਹਾਂ, ਆਪਣੇ ਸਰੋਤ ਤੋਂ ਵੀ ਟੁੱਟ ਜਾਂਦਾ ਹਾਂ। ਐਸੇ ਕਰਕੇ ਜਦੋਂ ਜ਼ਿਆਦਾ ਸੋਚਣ ਵਾਲਿਆਂ ਨੂੰ ਨੀਂਦਰ ਘੱਟ ਆਉਂਦੀ ਹੈ, ਕਿਉਂਕਿ ਸੁਖੋਪਤ ਦੀ ਜਿਹੜੀ ਅਵਸਥਾ ਹੈ, ਜਾਗਰਤ, ਸੁਪਨ, ਸੁਖੋਪਤ, ਤੁਰੀਆ, ਇਹ ਜਿਹੜੀ ਚਾਰ ਮਨ ਦੀਆਂ ਅਵਸਥਾ ਦਸੀਆਂ ਨੇ। ਸੁਖੋਪਤ ਦੀ ਅਵਸਥਾ ਉਸ ਗਹਿਰੀ ਨੀਂਦ ਦੀ ਅਵਸਥਾ ਹੈ ਜਿੱਥੇ ਸਾਡਾ ਮਨ ਸ਼ਾਂਤ ਹੁੰਦਾ ਹੈ। ਜ਼ਿਆਦਾ ਸੋਚਣ ਨਾਲ ਉਹ ਅਵਸਥਾ ਸਾਡੇ ਤੋਂ ਘਟਦੀ, ਓਝਲ ਹੋ ਜਾਂਦੀ ਹੈ। ਨੀਂਦਰ ਘਟ ਜਾਂਦੀ ਹੈ ਔਰ ਟੁੱਟਦੀ ਜ਼ਿਆਦਾ ਹੈ। ਇਹਦੇ ਦੂਸਰੀ ਪੱਖ ਵੀ ਹਨ
ਧਿਆਨੀ ਦੀ ਵੀ ਨੀਂਦਰ ਘਟ ਜਾਂਦੀ ਹੈ, ਕਿਉਂਕਿ ਉਸ ਨੂੰ ਸੁਖੋਪਤ ਦੀ ਅਵਸਥਾ ਧਿਆਨ ਵਿੱਚ ਹੀ ਹਾਜ਼ਰ ਹੈ। ਉਹਦਾ ਮਨ ਵੈਸੇ ਹੀ ਥਿਰ ਹੈ, ਉਹਨੂੰ ਨੀਂਦਰ ਦੀ ਲੋੜ ਨਹੀਂ ਹੈ ਥਿਰ ਹੋਣ ਵਾਸਤੇ। ਬਾਣੀ ਇਹ ਸਮਝਾਉਂਦੀ ਹੈ ਸਾਨੂੰ ਕਈ ਜਗ੍ਹਾ ਤੇ। ਮਹਾਰਾਜ ਨੇ ਆਰਗੇਨਾਈਜ਼ਡ ਰਿਲੀਜਨ ਦਾ ਆਧਾਰ ਵੀ ਸਮਝਾਇਆ ਹੈ ਕਿ ਜਿਹੜੀਆਂ ਨਿਸ਼ਾਨੀਆਂ ਹਨ ਧਰਮ ਦੀਆਂ, ਭਾਵੇਂ ਉਹ ਕਿਸੇ ਵੀ ਧਰਮ ਦੀ ਹੋਏ, ਉਹ ਅਮਲ ਤੇ ਆਧਾਰ ਤੇ ਹੀ ਧਰਮ ਚੱਲਦਾ ਹੈ। ਇਹਨੂੰ ਹੋਰ ਤਰ੍ਹਾਂ ਸਮਝੀਏ ਤਾਂ ਨਾਮ ਦੇ ਬਿਨਾਂ ਧਰਮ ਇੱਕ ਪਾਖੰਡ ਜਿਹਾ ਲੱਗਦਾ ਹੈ। ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ। ਇਹ ਨਿਸ਼ਾਨੀਆਂ ਟਿੱਕਾ ਔਰ ਤਗ ਹਰ ਧਰਮ ਦੇ ਵਿੱਚ ਇਹ ਨਿਸ਼ਾਨੀਆਂ ਹਨ। ਸਿੱਖ ਧਰਮ ਦੇ ਵਿੱਚ ਵੀ ਹਨ, ਇਸਲਾਮ ਵਿੱਚ ਵੀ ਹਨ, ਈਸਾਈ ਮਤ ਵਿੱਚ ਵੀ ਹਨ। ਪਰ ਗੁਰੂ ਕਹਿੰਦੇ ਹਨ ਅਮਲ ਦੇ ਬਿਨਾਂ ਇਹਨਾਂ ਧਰਮ ਦਾ ਬਾਹਰਲੀ ਪ੍ਰਗਟਾਵਾ, ਭੇਸ਼-ਭੂਸ਼ਾ, ਕੱਪੜੇ ਆਦਿ ਨਿਸ਼ਾਨੀਆਂ, ਇਹਨਾਂ ਦਾ ਕੀ ਮੁੱਲ ਹੈ? ਬਿਨਾਂ ਨਾਮ ਦੇ ਇਹ ਸਿਰਫ ਵੰਡਣਗੇ, ਸੁਸਾਇਟੀ ਨੂੰ ਤੋੜਨਗੇ, ਜੋੜਨਗੇ ਨਹੀਂ। ਅੱਜ ਸਾਡੀ ਕੌਮ ਦੇ ਵੀ ਇਹੀ ਹਾਲਾਤ ਹਨ। ਅਸੀਂ ਸਿਫਤ ਇੱਕ ਇਹੋ ਜਿਹੀ ਕੌਮ ਹਾਂ ਜਿਨ੍ਹਾਂ ਨੇ ਆਪਣੇ ਨਾਮ ਨੂੰ ਰਾਜਨੀਤੀ ਦੇ ਅਧੀਨ ਕਰ ਦਿੱਤਾ ਹੈ। ਜੋ ਨਹੀਂ ਹੋਣਾ ਚਾਹੀਦਾ ਬਿਲਕੁਲ ਉਹੀ ਅਸੀਂ ਕੀਤਾ ਹੈ। ਨਾਮ ਦੇ ਆਧਾਰ ਤੇ ਜੀਵਨ ਚੱਲਦਾ ਹੈ ਔਰ ਧਰਮ ਚੱਲਦਾ ਹੈ। ਅਸੀਂ ਰਾਜਨੀਤੀ ਨੂੰ ਆਧਾਰ ਬਣਾ ਲਿਆ ਹੈ। ਐਸੇ ਕਰਕੇ ਸਾਡੇ ਹਾਲਾਤ ਇਸ ਤਰ੍ਹਾਂ ਦੇ ਹਨ ਜੋ ਅੱਜ ਹਨ। ਸਾਡੇ ਸੈਂਟਰਸ ਚੋਣਾਂ ਦੇ ਆਧਾਰ ਤੇ ਕਾਇਮ ਹਨ। ਕਿਹਾ ਜਾਂਦਾ ਹੈ ਕਿ ਡੈਮੋਕ੍ਰੇਸੀ ਸਾਡਾ ਡੈਮੋਕ੍ਰੈਟਿਕ ਰਿਲੀਜਨ ਹੈ। ਡੈਮੋਕ੍ਰੇਸੀ ਇੱਕ ਰਾਜਨੀਤੀ ਦਾ ਅੰਗ ਹੈ ਜਿਹੜਾ ਅਧੂਰਾ ਹੈ, ਇਨਕੰਪਲੀਟ ਹੈ, ਇੰਪਰਫੈਕਟ ਹੈ, ਐਵੋਲੂਸ਼ਨ ਵਿੱਚ ਹੈ। ਨਾਮ ਪਰਫੈਕਸ਼ਨ ਔਰ ਕੰਪਲੀਟਨੈਸ ਦੀ ਨਿਸ਼ਾਨੀ ਹੈ। ਅਸੀਂ ਨਾਮ ਨੂੰ ਰਾਜਨੀਤੀ ਦੇ ਅਧੀਨ ਕਰ ਦਿੱਤਾ। ਅੱਜ ਅਸੀਂ ਜ਼ਿਆਦਾ ਬਹਿਸ, ਆਪਸੀ ਲੜਾਈ, ਇਹ ਸਭ ਕਾਰਨ ਇਹੀ ਹਨ। ਗੁਰੂ ਸਾਹਿਬ ਸਮਝਾ ਰਹੇ ਹਨ ਕਿ ਨਾਮ ਤੋਂ ਬਿਨਾਂ ਧਰਮ ਦਾ ਆਧਾਰ ਹੋਰ ਕੁਝ ਵੀ ਨਹੀਂ ਬਣ ਸਕਦਾ। ਬਗਦਾਦ ਵਿੱਚ ਵੀ ਇਹ ਗੱਲ ਦੱਸੀ ਹੈ ਕਿ ਅਮਲ ਤੋਂ ਬਿਨਾਂ ਕਿਸੇ ਵੀ ਧਰਮ ਦਾ ਕੋਈ ਹੋਏਗਾ ਉਹ ਰੋਏਗਾ ਹੀ, ਫਿਰ ਧਰਮੀ ਨਹੀਂ ਹੋ ਸਕਦਾ। ਮਹਾਰਾਜ ਨੇ ਅਗਲੀ ਪੌੜੀ ਵਿੱਚ ਫਿਰ ਇਹ ਸਮਝਾਇਆ ਕਿ ਲੱਖ ਨੇਕੀਆਂ ਚੰਗਿਆਈਆਂ ਜਿਤਨੀਆਂ ਸੁਸਾਇਟੀ ਦੇ ਵਿੱਚ ਚੰਗਿਆਈਆਂ ਹਨ, ਜਿਤਨਾ ਅਸੀਂ ਸਿਫਤ ਕਰਦੇ ਹਾਂ ਜਿਨ੍ਹਾਂ ਚੀਜ਼ਾਂ ਨੂੰ, ਲੋਕ ਤਪ ਕਰਦੇ ਹਨ, ਤੀਰਥ ਕਰਦੇ ਹਨ, ਜੰਗ ਦੇ ਵਿੱਚ ਜਾ ਕੇ ਸ਼ਹੀਦ ਵੀ ਹੁੰਦੇ ਹਨ, ਪਰ ਅਗਰ ਇਹਦੇ ਵਿੱਚ ਨਾਮ ਨਹੀਂ ਹੈ ਤਾਂ ਇਹ ਉਹਦਾ ਨਿਸ਼ਾਨ ਨਹੀਂ ਹੈ। ਇਹ ਸਭ ਫਿਰ ਸੁਸਾਇਟੀ ਵਿੱਚ ਭਾਵੇਂ ਮੁੱਲ ਦੀਆਂ ਵਸਤੂਆਂ ਹੋਣ, ਆਦਰ ਦਾ ਸਤਿਕਾਰ ਦੇ ਕਾਰਨ ਹੋਣ, ਪਰ ਇਹ ਧਰਮ ਨਹੀਂ ਕਹਾਇਆ ਜਾ ਸਕਦਾ। ਇੱਥੇ ਨਾਮ ਦਾ ਪ੍ਰਗਟਾਵਾ ਨਹੀਂ ਹੈ। ਗੁਰੂ ਕਹਿ ਰਹੇ ਹਨ ਕਰਮ ਸੱਚਾ ਨਿਸ਼ਾਨ। ਨਾਮ ਹੋਣਾ ਹੀ ਮਨ ਦੇ ਵਿੱਚ ਉਸ ਦੀ ਹਜ਼ੂਰੀ ਦੀ ਸੱਚੀ ਨਿਸ਼ਾਨੀ ਹੈ ਔਰ ਦਰਗਾਹ ਦੇ ਵਿੱਚ ਉਸੇ ਦਾ ਮੁੱਲ ਹੈ। ਜੀਵਨ ਕਿਤਨਾ ਕੰਪਲੈਕਸ ਦਿਖਦਾ ਹੈ ਸਾਨੂੰ, ਪਰ ਗੁਰੂ ਸਾਹਿਬ ਸਾਨੂੰ ਹਰ ਪਦੇ ਵਿੱਚ, ਹਰ ਪੰਕਤੀ ਦੇ ਵਿੱਚ, ਹਰ ਸ਼ਬਦ ਦੇ ਵਿੱਚ ਨਾਮ ਔਰ ਮਨ ਨੂੰ ਜੋੜਨ ਦੀ ਅਰਜੈਂਸੀ ਸਮਝਾ ਰਹੇ ਹਨ ਔਰ ਬਿਨਾਂ ਨਾਮ ਦੇ ਜੀਵਨ ਬੇਅਰਥ ਗਵਾ ਰਹੇ ਹਾਂ, ਇਸ ਗੱਲ ਨੂੰ ਬਾਰ-ਬਾਰ ਸਮਝਾ ਰਹੇ ਹਨ। ਧਰਮ ਨੂੰ ਇੱਕ ਜੀਵਨ ਦਾ ਬਹਿਸ ਦਾ ਮੁੱਦਾ ਬਣਾ ਲੈਣਾ ਔਰ ਫਿਰ ਨਾਮ ਨਾ ਕਮਾਣਾ,
ਇਹ ਧਰਮ ਦੀ ਨਿਸ਼ਾਨੀ ਨਹੀਂ ਹੈ। ਗੁਰੂ ਨੇ ਜੀਵਨ ਨੂੰ ਧਰਮਸਾਲ ਦੱਸਿਆ ਹੈ। ਇੱਕ ਇਹੋ ਜਿਹਾ ਸਥਾਨ ਹੈ ਜੀਵਨ ਜਿੱਥੇ ਧਰਮ ਕਮਾਇਆ ਜਾ ਸਕਦਾ ਹੈ। ਧਰਮ ਤੋਂ ਕਈ ਅਰਥ ਨਿਕਲਦੇ ਹਨ। ਉਹਨਾਂ 'ਚੋਂ ਇੱਕ ਅਰਥ ਹੈ ਜੋ ਅਸਲੀਅਤ ਹੈ ਮੇਰੀ, ਜੋ ਮੇਰੇ ਮਨ ਦਾ ਅਸਲ ਸਰੂਪ ਹੈ, ਜੋ ਮੇਰੇ ਮਨ ਦੇ ਵਿੱਚ ਬਸੀ ਇੱਕ ਜੋਤ ਹੈ, ਇੱਕ ਆਨੰਦ ਦੀ ਗੱਲ ਹੈ, ਇੱਕ ਕਾਲ ਤੋਂ ਪਰੇ ਜੀਵਨ ਦੀ ਗੱਲ ਹੈ। ਉਹ ਸਭ ਮੇਰੇ ਮਨ ਦੇ ਵਿੱਚ ਉਹਦਾ ਵਾਸਾ ਹੈ। ਅਗਰ ਉਸ ਨੂੰ ਜਾਣ ਲੈਣ ਵਿੱਚ ਮੇਰਾ ਜੀਵਨ ਦਾ ਬਹਾਵ ਚੱਲ ਰਿਹਾ ਹੈ ਤਾਂ ਫਿਰ ਸਭ ਕੁਝ ਪ੍ਰਵਾਨ ਹੈ। ਅਗਰ ਮੇਰਾ ਜੀਵਨ ਉਸ ਮੁਖ ਵਿੱਚ ਨਹੀਂ ਜਾ ਰਿਹਾ ਤਾਂ ਫਿਰ ਗੁਰੂ ਨੇ ਇੱਕ ਬਹੁਤ ਹੀ ਸਿਰੇ ਦੀ ਗੱਲ ਅੱਜ ਕਰ ਦਿੱਤੀ ਹੈ ਇਸ ਬਾਣੀ ਦੇ ਵਿੱਚ। ਸਾਨੂੰ ਇਹ ਦੱਸਿਆ ਹੈ ਵਿੱਚ ਦੁਨੀਆ ਕਾਹੇ ਆਇਆ, ਕਾਹਦੇ ਵਾਸਤੇ ਦੁਨੀਆ 'ਚ ਆਏ ਹਾਂ ਅਸੀਂ। ਆਓ ਪਹਿਲਾਂ ਇਹ 8ਵਾਂ ਪਦ ਪੌੜੀ ਪੜ੍ਹ ਲਈਏ, ਕੁਝ ਸਾਂਝ ਪਾ ਲਈਏ ਇਸ ਬਾਣੀ ਨਾਲ। ਮਹਾਰਾਜ ਦੀ ਹਜ਼ੂਰੀ ਵਿੱਚ ਕੁਝ ਧਿਆਨ ਸ਼ਬਦ ਦਾ ਕਰਕੇ ਫਿਰ ਇਹਦੀ ਵਿਚਾਰ ਵਿੱਚ ਉਤਰੀਏ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਜੀ ਧੰਨਵਾਦ। 8ਵੀਂ ਪੌੜੀ ਪੂਰੀ ਪੜ੍ਹ ਲਈਏ ਤਾਂ ਚੰਗਾ ਰਹੇਗਾ। ਵਾਹਿਗੁਰੂ ਜੀ। ਸ਼ਲੋਕ ਮਹਿਲਾ ਪਹਿਲਾ। ਪੁਰਖਾਂ ਬਿਰਖਾਂ ਤੀਰਥਾਂ, ਤੱਟਾਂ ਮੇਘਾਂ ਖੇਤਾਂ, ਦੀਪਾਂ ਲੋਹਾਂ ਮੰਡਲਾਂ, ਖੰਡਾਂ ਵਰਮੰਡਾਂ, ਅੰਡਜ ਜੇਰਜ ਉਤਪਜਾਂ, ਖਾਣੀ ਸੇਤ ਜਾਂ, ਸੋਮਿਤ ਜਾਣੈ ਨਾਨਕਾ, ਸਰਾ ਮੇਰਾ ਜਨਤਾ। ਨਾਨਕ ਜੰਤ ਉਪਾਇ ਕੈ, ਸੰਭਾਲੇ ਸਭਨਾ, ਜਿਨ ਕਰਤੈ ਕਰਣਾ ਕੀਆ, ਚਿੰਤਾ ਵੀ ਕਰਨੀ ਤਾਂ, ਸੋ ਕਰਤਾ ਚਿੰਤਾ ਕਰੇ, ਜਿਨ ਉਪਾਇਆ ਜਗ। ਤਿਸ ਜੁਹਾਰੀ ਸਵਸਥ ਤਿਸ, ਤਿਸ ਦੀ ਬਾਣ ਅਪੱਗ, ਨਾਨਕ ਸੱਚੇ ਨਾਮ ਬਿਨ, ਕਿਆ ਟਿੱਕਾ ਕਿਆ ਤਗ। ਮਹਿਲਾ ਪਹਿਲਾ। ਲੱਖ ਨੇਕੀਆਂ ਚੰਗਿਆਈਆਂ, ਲੱਖ ਪੁੰਨਾ ਪਰਵਾਨ, ਲੱਖ ਤਪ ਉੱਪਰ ਤੀਰਥਾਂ, ਸਹਿਜ ਜੋਗ ਬੇਬਾਨ। ਲੱਖ ਸੂਰਤਨ ਸੰਗਰਾਮ, ਰਣ ਮੈਂ ਛੁਟੈ ਪ੍ਰਾਣ, ਲੱਖ ਸੁਰਤੀ ਲਖ ਗਿਆਨ ਧਿਆਨ, ਪੜ੍ਹੀਐ ਪਾਠ ਪੁਰਾਣ। ਜਿਨ ਕਰਤੈ ਕਰਣਾ ਕੀਆ, ਲਿਖਿਆ ਆਵਣ ਜਾਣ, ਨਾਨਕ ਮਤੀ ਮਿਥਿਆ, ਕਰਮ ਸਚਾ ਨਿਸ਼ਾਨ। ਪੌੜੀ। ਸੱਚਾ ਸਾਹਿਬ ਏਕ ਤੂੰ, ਜਿਨ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇ ਤਿਸ ਮਿਲੈ ਸੱਚ, ਤਾਂ ਤਿੰਨੀ ਸੱਚ ਕਮਾਇਆ। ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਕੈ ਹਿਰਦੈ ਸੱਚ ਵਸਾਇਆ। ਮੂਰਖ ਸੱਚ ਨਾ ਜਾਣੀ, ਮਨਮੁਖੀ ਜਨਮ ਗਵਾਇਆ। ਵਿੱਚ ਦੁਨੀਆ ਕਾਹੇ ਆਇਆ, ਵਿੱਚ ਦੁਨੀਆ ਕਾਹੇ ਆਇਆ। ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨਵਾਦ ਵੀਰ। ਗੁਰੂ ਦੇ ਕੋਲ ਬੈਠਣ ਦੇ ਜੀਵਨ ਦੇ ਕਈ ਬੰਦ ਦਰਵਾਜ਼ੇ ਖੁੱਲ੍ਹ ਜਾਂਦੇ ਹਨ। ਜੀਵਨ ਨੂੰ ਸਮਝਣ ਦੀ ਵਿਧੀ ਸਮਝ ਆ ਜਾਂਦੀ ਹੈ। ਅਗਰ ਮੇਰਾ ਮਨ ਖੁੱਲ੍ਹਿਆ ਹੋਏ, ਅਗਰ ਮੇਰਾ ਮਨ ਸੁਣਦਾ ਹੋਏ, ਅਗਰ ਮੈਂ ਸੁਣਨ ਦੇ ਬਹਾਵ ਵਿੱਚ ਹਾਂ। ਬਾਦਫਾ ਅਸੀਂ ਸੁਣਦੇ ਨਹੀਂ ਹਾਂ। ਪ੍ਰਸ਼ਨ ਔਰ ਉੱਤਰ ਦੋਨੋਂ ਹੀ ਅਸੀਂ ਹੀ ਦੇ ਦਿੰਦੇ ਹਾਂ। ਸੁਣਨ ਦੇ ਵਿੱਚ ਮਨ ਨਹੀਂ ਲੀਨ ਹੈ। ਗੁਰੂ ਨੇ ਬਾਣੀ ਵਿੱਚ ਸਮਝਾਇਆ ਹੈ। ਜਪਜੀ ਸਾਹਿਬ ਵਿੱਚ ਸੁਣਨ ਦੀ 4 ਪੌੜੀਆਂ ਮੰਨਣ ਤੋਂ ਪਹਿਲੇ ਆ ਰਹੀਆਂ ਹਨ। ਸੁਣਨਾ ਜੀਵਨ ਦਾ ਧਾਰਮਿਕ ਆਰੰਭ ਹੈ। ਮੈਂ ਕੁਐਸਚਨ ਕਰਕੇ ਸੁਣਦਾ ਹਾਂ।
ਔਰ ਅਗਰ ਮੈਂ ਉਹਦਾ ਜਵਾਬ ਨਾਲ ਹੀ ਦੇ ਰਿਹਾ ਹਾਂ ਤਾਂ ਉਹਦਾ ਵੀ ਬਾਣੀ ਗੱਲ ਸਮਝਾ ਰਹੀ ਹੈ ਕਿ ਜਵਾਬ ਔਰ ਪ੍ਰਸ਼ਨ ਔਰ ਉੱਤਰ ਦੋਨੋਂ ਨਾਲ ਹੀ ਦੇ ਰਿਹਾ ਹੈ। ਮੁੰਡੋ ਗੁੱਥਾ ਜਾਏ, ਤਾਂ ਫਿਰ ਪੁੱਛ ਕਿਉਂ ਰਿਹਾ ਹੈ? ਅਸੀਂ ਜੀਵਨ ਵਿੱਚ ਬਹਿ ਰਹੇ ਹਾਂ, ਉਸ ਦੇ ਵਿੱਚ ਅਸੀਂ ਜੀਵਨ ਬਾਰੇ ਸਮਝਿਆ ਕੀ ਹੈ, ਜਾਣਿਆ ਕੀ ਹੈ? ਗੁਰੂ ਦੇ ਕੋਲ ਬੈਠ ਕੇ ਇਹ ਗੱਲ ਵਿਚਾਰ ਬਣਦੇ ਹਨ। ਅਗਰ ਗੁਰੂ ਦੀ ਗੱਲ ਨੂੰ ਸੁਣੀਏ, ਗੁਰੂ ਅਮਰਦਾਸ ਕਹਿੰਦੇ ਹਨ ਕਿ ਡਿਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੀ ਵਿਚਾਰ। ਜਦ ਤੱਕ ਸ਼ਬਦ ਦਾ ਧਿਆਨ ਔਰ ਵਿਚਾਰ ਨਹੀਂ ਕਰਾਂਗੇ ਤਾਂ ਇਹ ਮੁਕਤੀ ਨਹੀਂ ਮਿਲੇਗੀ ਇਸ ਟਰੈਪ ਤੋਂ, ਇਸ ਬੰਧਨ ਤੋਂ। ਬੰਨੇ ਹੋਏ ਹਾਂ ਅਸੀਂ। ਮਨ ਦੇ ਦੋ ਪਹਿਲੂ ਹਨ ਜੀ। ਇੱਕ ਪਹਿਲੂ ਉਹ ਹੈ ਜੋ ਅਸੀਂ ਜਾਣਦੇ ਹਾਂ, ਹਉਮੈ ਵਾਲਾ ਮਨ ਹੈ, ਜਿਸ ਦੇ ਨਾਲ ਅਸੀਂ ਜੀਵਨ ਜੀ ਰਹੇ ਹਾਂ। ਇਹ ਸਦਾ ਹੀ ਚੇਂਜਿੰਗ ਮਾਈਂਡ ਹੈ, ਲਗਾਤਾਰ ਬਹਾਵ ਵਿੱਚ ਹੈ, ਥਾਟਸ ਦੇ ਵਿੱਚ ਹੈ। ਇਹ ਦਰਅਸਲ ਟੂਲ ਹੈ ਸਾਡਾ। ਇਹਨੂੰ ਵਰਤ ਕੇ, ਇਹਦੇ ਵਿੱਚ ਜੀ ਕੇ ਅਸੀਂ ਜੀਵਨ ਵਿੱਚ ਜੀ ਰਹੇ ਹਾਂ। ਇੱਥੇ ਹਉਮੈ ਆਧਾਰ ਹੈ, ਮੈਂ ਹਾਂ, ਆਈ ਐਮ, ਇਹ ਫਾਊਂਡੇਸ਼ਨ ਹੈ। ਅਸੀਂ ਕਿਸੇ ਸਕੂਲ ਵਿੱਚ ਜਾਂਦੇ ਹਾਂ ਅਤੇ ਉਹ ਟੀਚਰ ਪੁੱਛਦੀ ਹੈ ਹੂ ਆਰ ਯੂ, ਅਤੇ ਫਿਰ ਅਸੀਂ ਆਪਣਾ ਨਾਮ ਦੱਸਦੇ ਹਾਂ, ਮੈਂ ਹਾਂ। ਹਰ ਜਗ੍ਹਾ 'ਤੇ ਸਾਨੂੰ ਮੈਂ ਤੋਂ ਸ਼ੁਰੂ ਹੋਣਾ ਪੈਂਦਾ ਹੈ। ਕੋਈ ਗੇਮ ਖੇਡਦੇ ਹਾਂ ਤਾਂ ਸਾਡੇ ਸਾਹਮਣੇ ਇੱਕ ਅਪੋਨੈਂਟ ਆਉਂਦਾ ਹੈ, ਅਸੀਂ ਉਹਨੂੰ ਇਹੀ ਕਹਿ ਰਹੇ ਹਾਂ ਕਿ ਮੈਂ ਤੇਰੇ ਨਾਲ ਖੇਡਾਂਗਾ, ਮੈਂ ਹਾਂ। ਉੱਥੇ ਹਰ ਜਗ੍ਹਾ ਮੈਂ ਦੇ ਆਧਾਰ 'ਤੇ ਜੀਵਨ ਚੱਲ ਰਿਹਾ ਹੈ। ਕਾਰੋਬਾਰ ਹੈ, ਪਰਿਵਾਰ ਹੈ, ਸਗੇ ਸੰਬੰਧੀ ਹਨ, ਮਿੱਤਰ ਹਨ, ਸਾਰੀ ਫਾਊਂਡੇਸ਼ਨ ਮੈਂ ਤੇ ਬੇਸਿਸ 'ਤੇ ਹੈ, ਆਈ ਐਮ। ਔਰ ਜਦੋਂ ਸੁਸਾਇਟੀ ਦੇ ਵਿੱਚ ਅਨੇਕਾਂ ਹੀ ਕਨਫਿਊਜ਼ਨਸ ਕਰਕੇ ਮਨ ਦੇ ਵਿੱਚ ਐਨਰਜੀ ਘਟ ਜਾਂਦੀ ਹੈ, ਮਨ ਦੀ ਸ਼ਕਤੀ ਛੀਣ ਹੋ ਜਾਂਦੀ ਹੈ, ਤਾਂ ਅਸੀਂ ਡਿਪਰੈਸ਼ਨ ਵਿੱਚ ਵੀ ਚਲੇ ਜਾਂਦੇ ਹਾਂ। ਉਦੋਂ ਇਹ ਭੁੱਲ ਜਾਂਦੇ ਹਾਂ ਮੈਂ ਹਾਂ। ਕਨਫਿਊਜ਼ਨ ਘੇਰ ਲੈਂਦੀ ਹੈ ਸਾਨੂੰ। ਤਾਂ ਸਾਈਕੋਲੋਜੀ ਦਾ ਇੱਕ ਬੜਾ ਵੱਡਾ ਟੂਲ ਹੈ। ਉਹ ਜਦੋਂ ਆਪ ਨਾਲ ਵਾਰਤਾਲਾਪ ਕਰਦੇ ਹਨ ਸਾਡੇ ਨਾਲ, ਤਾਂ ਨਾਮ ਲੈਂਦੇ ਹਨ ਸਾਡਾ, ਤਾਂ ਕਿ ਰੀਇਨਫੋਰਸ ਹੋਏ ਕਿ ਮੈਂ ਹਾਂ, ਮੈਨੂੰ ਕੋਈ ਸੁਣ ਰਿਹਾ ਹੈ। ਉਹ ਵੀ ਮੇਰੇ ਹੋਣ ਦੀ ਇੱਕ ਕਨਫਰਮੇਸ਼ਨ ਹੈ, ਅਫਰਮੇਸ਼ਨ ਹੈ, ਮੇਰੀ ਹੀਲਿੰਗ ਹੈ। ਕਿਸੇ ਨੂੰ ਪੁਰਸਕਾਰ ਮਿਲਦਾ ਹੈ, ਉਹ ਮੇਰੇ ਹੋਣ ਦੀ ਵੈਲੀਡੇਸ਼ਨ ਹੈ। ਕੋਈ ਬਹੁਤ ਬੜਾ ਐਕਟਰ ਬਣਦਾ ਹੈ, ਹੁਣ ਉਹ ਉਹਦੇ ਹੋਂਦ ਦੀ ਐਫਰਮੇਸ਼ਨ ਹੈ। ਪਰ ਇਹ ਸਭ ਜੀਵਨ ਸੁੱਖ ਔਰ ਦੁੱਖ ਦੇ ਵਿੱਚ ਘਿਰਿਆ ਹੋਇਆ ਹੈ। ਸਾਨੂੰ ਇਹਦੇ ਵਿੱਚ ਅਟਰੈਕਟ ਤਾਂ ਸੁੱਖ ਕਰਦਾ ਹੈ, ਪਰ ਇਹਦੇ ਨਾਲ ਦੁੱਖ ਆਉਂਦਾ ਹੈ। ਸਾਨੂੰ ਉਮੀਦ ਦੁੱਖ ਦੀ ਨਹੀਂ ਹੈ, ਨਾ ਉਡੀਕ ਹੈ। ਇਸ ਕਰਕੇ ਜਦੋਂ ਦੁੱਖ ਆਉਂਦਾ ਹੈ ਤਾਂ ਅਸੀਂ ਨਿਰਾਸ਼ ਹੋ ਜਾਂਦੇ ਹਾਂ। ਅਸੀਂ ਇਹਨੂੰ ਤਾਂ ਬੁਲਾਇਆ ਨਹੀਂ, ਹੈ ਕਿਉਂ ਆ ਗਿਆ? ਮੈਂ ਤਾਂ ਸੁੱਖ ਦੇ ਉਡੀਕ ਵਿੱਚ ਜੀ ਰਿਹਾ ਸੀ, ਫਿਰ ਇਹ ਦੁੱਖ ਕਿਉਂ ਆ ਗਿਆ? ਇਹ ਉਹਦਾ ਹੁਕਮ ਹੈ ਮਹਾਰਾਜ। ਸੁੱਖ ਔਰ ਦੁੱਖ ਇਕੱਠੇ ਚੱਲਦੇ ਹਨ। ਸੁੱਖ ਮੰਗੇ, ਦੁੱਖ ਆਗੇ ਆਏ। ਬਾਣੀ ਦੱਸਦੀ ਹੈ ਸਾਨੂੰ, ਸੁੱਖ ਮੰਗੋ, ਦੁੱਖ ਆਗੇ ਆਏ। ਐਸੇ ਕਰਕੇ ਗੁਰੂ ਤੇਗ ਬਹਾਦਰ ਹਜ਼ੂਰ, ਧੰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਸਾਨੂੰ ਬਾਣੀ ਵਿੱਚ ਸਮਝਾ ਰਹੇ ਹਨ, ਸੁੱਖ ਦੁੱਖ ਕੋ ਤੁਮ ਸਮ ਕਰ ਜਾਨੋ। ਪਰ ਇਹਨੂੰ ਸਮ ਕਰ ਕਿਵੇਂ ਜਾਣ ਸਕਦੇ ਹਾਂ? ਪੋਸੀਬਲ ਨਹੀਂ ਹੈ ਨੋਰਮਲ ਲਾਈਫ ਵਿੱਚ। ਤਾਂ ਹੀ ਅਸੀਂ ਲੋਕ ਫਿਰ ਸੋਚਦੇ ਹਾਂ ਕਿ ਬਾਣੀ ਤਾਂ ਕਮਾਈ ਨਹੀਂ ਜਾ ਸਕਦੀ, ਕਿਵੇਂ ਸੁੱਖ ਔਰ ਦੁੱਖ ਨੂੰ ਇੱਕੋ ਜਿਹਾ ਮੰਨ ਲਵਾਂਗੇ? ਪਰ ਇਹਦੇ ਵਿੱਚ ਇੱਕ ਟ੍ਰਿਕ ਹੈ, ਇੱਕ ਵਿਧੀ ਹੈ। ਗੁਰੂ ਨੇ ਇਸ ਨੂੰ ਕਲਾ ਵੀ ਕਿਹਾ ਹੈ।
ਜੁਗਤੀ ਵੀ ਕਿਹਾ ਹੈ, ਔਰ ਮਹਾਰਾਜ ਨੂੰ ਬਾਰ-ਬਾਰ ਸਾਨੂੰ ਸਮਝਾਉਂਦੇ ਹਨ ਕਿ ਨਾਮ ਇਹ ਵਿਧੀ ਹੈ ਜਿਹਦੇ ਨਾਲ ਇਹ ਸਭ ਕੁਝ ਬਰਾਬਰ ਹੋ ਸਕਦਾ ਹੈ। ਨਾਮ ਦੀ ਕਮਾਈ, ਨਾਮ ਦੇ ਵਿੱਚ ਪ੍ਰੇਮ ਔਰ ਨਾਮ ਦੇ ਵਿੱਚ ਮਨ ਦੇ ਇਹ ਹੰਕਾਰੀ ਮਨ ਤੋਂ ਇੱਕ ਨਵੇਂ ਮਨ ਵੱਲ ਜਾਇਆ ਜਾ ਸਕਦਾ ਹੈ। ਉਹ ਮਨ ਸਦਾ ਵਿਗਾਸ ਵਿੱਚ ਹੈ। ਨਾਨਕ ਭਗਤਾ ਸਦਾ ਵਿਗਾਸ, ਸੁਣੀਏ ਦੁਖ ਪਾਪ ਕਾ ਨਾਸ। ਹੁਣ ਇਹੀ ਗੱਲ ਸਾਨੂੰ ਆਜੀਵਨ ਸਮਝ ਨਹੀਂ ਆਉਂਦੀ ਕਿ ਮੇਰੇ ਨਾਲ ਇੱਕ ਇਹੋ ਜਿਹੀ ਅਵਸਥਾ ਚੱਲਦੀ ਹੈ ਜਿਹੜੀ ਸਦਾ ਵਿਗਾਸ ਵਿੱਚ ਹੈ। ਮਹਾਰਾਜ, ਕੁਛ ਵੀ ਮੇਰੇ ਨਾਲ ਬੀਤਦਾ ਹੈ, ਚੰਗਾ ਜਾਂ ਮਾੜਾ, ਮੈਂ ਉਸ ਦੇ ਨਾਲ ਆਪਣੇ ਆਪ ਨੂੰ ਡਿਫਾਈਨ ਕਰ ਦਿੰਦਾ ਹਾਂ ਕਿ ਮੈਂ ਇਸ ਤਰ੍ਹਾਂ ਦਾ ਹਾਂ। ਅੱਜ ਮੈਂ ਖੁਸ਼ ਹਾਂ ਤਾਂ ਮੈਂ ਬਹੁਤ ਖੁਸ਼ ਹਾਂ, ਜਦ ਦੁਖੀ ਹਾਂ ਤਾਂ ਮੈਂ ਪਰੇਸ਼ਾਨੀ ਵਿੱਚ ਉਤਰ ਜਾਂਦਾ ਹਾਂ। ਪਰ ਨਾਮ ਦੀ ਐਸੀ ਅਵਸਥਾ ਹੈ ਮਨ ਦੀ ਜਿੱਥੇ ਮੈਂ ਹਾਂ ਹੀ ਨਹੀਂ, ਮੈਂ ਤੋਂ ਪਰੇ ਨਾਮ ਆਰੰਭ ਹੁੰਦਾ ਹੈ। ਮਹਾਰਾਜ, ਜਦੋਂ ਪ੍ਰੇਮ ਵਿੱਚ ਉਤਰਦਾ ਹੈ ਕੋਈ ਤਾਂ ਉਹ ਸਭ ਕੁਝ ਦੇਣ ਨੂੰ ਤਿਆਰ ਹੋ ਜਾਂਦਾ ਹੈ। ਪ੍ਰੇਮ ਅਵਸਥਾ ਹੀ ਇਹੋ ਜਿਹੀ ਹੈ। ਲੈਲਾ ਮਜਨੂ ਦੀ ਕਥਾ ਹੈ। ਲੈਲਾ ਵਾਪਸ ਆਈ ਹੈ ਵਿਆਹ ਤੋਂ, ਮਜਨੂ ਨੂੰ ਲੱਭਦੀ ਹੈ, ਦਿਖਦਾ ਨਹੀਂ ਹੈ ਤਾਂ ਗ੍ਰਾਹ ਵਾਲੇ, ਪਿੰਡ ਵਾਲੇ ਉਹਨੂੰ ਦੱਸਦੇ ਹਨ ਕਿ ਮਜਨੂ ਅਖੀਰ ਉਸ ਪੇੜ ਦੇ ਨੇੜੇ ਖੜਾ ਦਿਖਿਆ ਸੀ, ਫਿਰ ਨਹੀਂ ਦਿਖਿਆ। ਤਾਂ ਕਥਾ ਇਹ ਕਹਿੰਦੀ ਹੈ ਕਿ ਉਸ ਪੇੜ ਦੇ ਨਾਲ ਖਲੋ ਤਾਂ ਲੈਲਾ ਦੀ ਆਵਾਜ਼ ਹਵਾ ਚੋਂ, ਜਦੋਂ ਪੇੜ ਦੇ ਵਿੱਚੋਂ ਹਵਾ ਨਿਕਲਦੀ ਤਾਂ ਲੈਲਾ ਦੀ ਆਵਾਜ਼ ਆਉਂਦੀ ਹੈ। ਇੱਕ ਧਰਮ ਦੀ ਕਮਾਈ ਹੈ ਜਿੱਥੇ ਅਸੀਂ ਆਪਣੇ ਆਪ ਨੂੰ ਪ੍ਰੇਮ ਵਿੱਚ ਬਹਾ ਦਿੰਦੇ ਹਾਂ। ਪ੍ਰੇਮ ਦੀ ਇਹ ਕਥਾ ਤਾਂ ਦੁਨਿਆਵੀ ਪ੍ਰੇਮ ਦੀ ਹੈ, ਜਿੱਥੇ ਸਰੀਰ ਤੋਂ ਪਰੇ ਪ੍ਰੇਮ ਚਲਾ ਗਿਆ, ਮੈਂ ਬਹਿ ਹੀ ਗਿਆ ਉਹਦੇ ਵਿੱਚ। ਇਹ ਚਮਤਕਾਰ ਪ੍ਰੇਮ ਦਾ ਹੈ। ਇਹ ਚਾਬੀਆਂ ਨੇ, ਕੁੰਜੀਆਂ ਨੇ, ਦੁਨੀਆ ਦੇ ਇਹ ਬੰਦ ਦਰਵਾਜ਼ੇ ਨੂੰ ਖੋਲ੍ਹ ਕੇ ਇੱਕ ਆਜ਼ਾਦੀ ਦੇ ਮਨ ਨੂੰ ਪਾਉਣ ਦੀ, ਆਨੰਦ ਵੱਲ ਜਾਣ ਦੀ। ਇਹ ਜੁਗਤੀਆਂ ਹਨ ਮਹਾਰਾਜ, ਪਰ ਨਾਮ ਤੋਂ ਸ਼ੁਰੂ ਹੁੰਦੀਆਂ ਹਨ। ਮਹਾਰਾਜ ਨੇ ਇਸ ਪੌੜੀ ਦੇ ਅਖੀਰ ਵਿੱਚ ਸਮਝਾਇਆ ਹੈ, ਵਿੱਚ ਦੁਨੀਆ ਕਾਹੇ ਆਇਆ। ਮੈਨੂੰ ਲੱਗਦਾ ਹੈ ਸਾਨੂੰ ਇਹ ਵਿਚਾਰਨ ਦੀ ਲੋੜ ਹੈ, ਮੈਂ ਕਿਉਂ ਆਇਆ ਹਾਂ ਇੱਥੇ। ਵਾਈ ਹੈਵ ਵੀ ਟੇਕਨ ਬਰਥ? ਪਰਿਵਾਰ ਲਈ, ਕਾਰੋਬਾਰ ਲਈ, ਸੁਸਾਇਟੀ ਲਈ, ਕਾਹਦੇ ਲਈ? ਕਿਹੜੀ ਚੀਜ਼ ਹੈ ਜਿਹੜੇ ਇਸ ਜੀਵਨ ਦੇ ਐਕਸਪੀਰੀਅੰਸ 'ਚੋਂ ਮੈਂ ਕਮਾ ਸਕਦਾ ਹਾਂ, ਜਿਹੜੀ ਅਸਲ ਵਿੱਚ ਇਹਦੀ ਕਮਾਈ ਹੈ? ਕਿਹੜੀ ਉਹ ਅਵਸਥਾ ਹੈ ਮਨ ਦੀ ਜਿਸ ਨੂੰ ਮੈਂ ਜਾਣ ਸਕਦਾ ਹਾਂ ਇਸ ਜੀਵਨ ਦੇ ਐਕਸਪੀਰੀਅੰਸ 'ਚੋਂ, ਜਿਹੜੀ ਦਰਅਸਲ ਇਹਦਾ ਫੋਕਸ ਹੈ, ਜਿਹੜੀ ਦਰਅਸਲ ਇਹਦੇ ਰੂਟ ਦੇ ਵਿੱਚ ਲਾਈ ਕਰਦੀ ਹੈ, ਇਸ ਜੀਵਨ ਦੀ ਫਾਊਂਡੇਸ਼ਨ ਹੈ। ਮੈਂ ਕਿਹੜੀ ਚੀਜ਼ ਜਾਣ ਸਕਦਾ ਹਾਂ ਜਿਹੜੀ ਐਕਚੁਅਲ ਇਸ ਜੀਵਨ ਨੂੰ ਡਿਫਾਈਨ ਕਰ ਰਹੀ ਹੈ? ਗੁਰੂ ਨਾਨਕ ਸਾਹਿਬ ਇਸ ਸ਼ਬਦ ਦੇ ਬਹੁਤ ਨੇੜੇ ਹਨ। ਸੱਚ, ਸੱਚਖੰਡ, ਸਤਨਾਮ, ਜਿਸ ਅਵਸਥਾ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਨੰਦਪੁਰ ਕਿਹਾ ਹੈ, ਭਗਤ ਕਬੀਰ ਨੇ ਬੈਕੁੰਠ ਕਿਹਾ ਹੈ, ਉਸ ਨੂੰ ਬੇਗਮਪੁਰਾ ਕਿਹਾ ਹੈ ਭਗਤ ਰਵਿਦਾਸ ਨੇ। ਉਸ ਅਵਸਥਾ ਨੂੰ ਗੁਰੂ ਨਾਨਕ ਸਾਹਿਬ ਸੱਚਖੰਡ ਕਹਿੰਦੇ ਹਨ। ਸੱਚ, ਜੀਵਨ ਦਾ ਸੱਤ ਕੀ ਹੈ? ਉਹ ਜੋ ਸਦਾ ਹੈ, ਉਹ ਜੋ ਅਨਚੇਂਜਿੰਗ ਹੈ। ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਸਮਝਾਉਂਦੇ ਹਨ, ਮਹਾਰਾਜ ਉਹ ਮੇਰੇ ਨਾਲ ਵਸਦਾ ਹੈ। ਪੁਹਪ ਮਦ ਜਿਉਂ ਬਾਸ ਬਸਤ ਹੈ, ਮੁਕਰ में माहे जैसे छाई, तैसे ही हर बसे निरंतर, ਘੱਟ ਹੀ ਖੋਜੋ ਪਾਈ। ਜਿਵੇਂ ਫੁੱਲ ਦੇ ਵਿੱਚ ਖੁਸ਼ਬੂ ਹੋਏ, ਸ਼ੀਸ਼ੇ ਦੇ ਵਿੱਚ ਇੱਕ ਰਿਫਲੈਕਸ਼ਨ ਹੋਏ,
ਇਸੇ ਤਰ੍ਹਾਂ ਮੇਰੇ ਨਾਲ ਇੱਕ ਜੀਵਨ ਦੀ ਇਹੋ ਜਿਹੀ ਅਵਸਥਾ ਚੱਲ ਰਹੀ ਹੈ, ਤੈਸੇ ਹੀ ਹਰ ਬਸੇ ਨਿਰੰਤਰ। ਤਾਂ ਉਸ ਨੂੰ ਜਾਣਨਾ ਕਿਵੇਂ ਹੈ ਮਹਾਰਾਜ? ਘੱਟ ਹੀ ਖੋਜੋ ਪਾਈ। ਮਹਾਰਾਜ ਕਹਿੰਦੇ ਨੇ ਅੰਦਰ ਹੀ ਖੋਜਣਾ ਹੈ। ਹਜੂਰ ਨੇ ਕੋਈ ਕਮੀ ਨਹੀਂ ਛੱਡੀ ਹੈ। ਮੈਂ ਅੰਦਰ ਨਾ ਖੋਜਾਂ, ਬਾਹਰ ਹੀ ਉਸ ਨੂੰ ਲੱਭਦਾ ਰਵਾਂ। ਤਾਂ ਫਿਰ ਇਸ ਸ਼ਬਦ ਨੂੰ ਮੈਂ ਵਿਚਾਰ ਕੇ ਮਨ ਵਿੱਚ ਨਹੀਂ ਬਿਠਾ ਰਿਹਾ। ਗੁਰੂ ਨੂੰ ਮਿਲਣ ਦੀਆਂ ਕੁਝ ਨਿਸ਼ਾਨੀਆਂ ਹਨ, ਔਰ ਉਹਦੇ 'ਚੋਂ ਇੱਕ ਨਿਸ਼ਾਨੀ ਹੈ ਕਿ ਮੈਂ ਗੁਰੂ ਨੂੰ ਸੁਣਦਾ ਹਾਂ। ਇਹਦਾ ਬਹੁਤ ਗਹਿਰਾ ਅਸਰ ਹੈ ਮੇਰੀ ਮਾਨਸਿਕ ਅਵਸਥਾ 'ਤੇ। ਜਿਸ ਨੂੰ ਮੈਂ ਅਨਕੰਡੀਸ਼ਨਲੀ ਸੁਣਦਾ ਹਾਂ, ਉਹ ਮੇਰੇ ਸਬਕੌਨਸ਼ੀਅਸ ਵਿੱਚ ਸਿੱਧਾ ਵਿਚਾਰ ਬੈਠ ਜਾਂਦਾ ਹੈ, ਔਰ ਫਿਰ ਉਹ ਮੇਰੇ ਜੀਵਨ ਨੂੰ ਬਦਲਣਾ ਸ਼ੁਰੂ ਕਰ ਦਿੰਦਾ ਹੈ। ਪਰ ਅਸੀਂ ਬਹੁਤ ਘੱਟ ਦਫਾ ਜੀਵਨ ਵਿੱਚ ਅਨਕੰਡੀਸ਼ਨਲੀ ਸੁਣਦੇ ਹਾਂ। ਅਸੀਂ ਹਮੇਸ਼ਾ ਹੀ ਫਿਲਟਰ ਲਗਾਏ ਹੋਏ ਹੈ। ਜਦੋਂ ਅਸੀਂ ਕਿਸੇ ਵੀ ਗੱਲ ਨੂੰ ਲੌਜਿਕ ਤੋਂ ਤੋਲਣਾ ਸ਼ੁਰੂ ਕਰ ਦਿੰਦੇ ਹਾਂ, ਸਿਆਣਪ ਤੋਂ ਤੋਲਣਾ ਸ਼ੁਰੂ ਕਰ ਦਿੰਦੇ ਹਾਂ, ਤਾਂ ਫਿਰ ਅਸੀਂ ਗੁਰੂ ਨੂੰ ਗੁਰੂ ਨਹੀਂ ਜਾਣਿਆ। ਇਸ ਈਗੋ ਮਨ ਵਿੱਚ ਜਿਸ ਨਾਲ ਅਸੀਂ ਡਿਫਾਈਨਡ ਹੁੰਦੇ ਹਾਂ, ਹੰਕਾਰ ਜਿਹਦਾ ਆਧਾਰ ਹੈ, ਉਹਦੇ ਵਿੱਚ ਇਹ ਸਾਰੇ ਫਿਲਟਰ ਹਨ। ਪਰ ਨਾਮ ਦੇ ਉਤਰਦੇ ਹੀ ਮਨ ਵਿੱਚ ਮੇਰਾ ਮਨ ਔਰ ਗੁਰੂ ਦਾ ਮਨ ਮਿਲ ਜਾਂਦਾ ਹੈ। ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਣ ਮਿਲਾਏ। ਗੁਰੂ ਨੂੰ ਮਿਲ ਕੇ ਹਰੀ ਨੂੰ ਮਿਲਣ ਦੀ ਇੱਕ ਵਿਧੀ ਬਣ ਜਾਂਦੀ ਹੈ, ਮੈਥਡ ਹੋ ਜਾਂਦਾ ਹੈ। ਸਿੱਧ ਗੋਸ਼ਟ ਇੱਕ ਅਪਾਰ ਬਾਣੀ ਹੈ ਧੰਨ ਗੁਰੂ ਨਾਨਕ ਸਾਹਿਬ ਦੀ। ਉਹਦੇ ਵਿੱਚ 2 ਲੱਛਣ ਗੁਰੂ ਦੇ ਮਿਲਣ ਦੇ ਸਾਹਿਬ ਨੇ ਦੱਸੇ ਹਨ। ਗੁਰੂ ਕੌਣ ਹੈ? ਇੱਕ ਬਹੁਤ ਪਿਆਰਾ ਬਚਨ ਹੈ, ਪੂਰੇ ਗੁਰ ਤੇ ਨਾਮ ਪਾਇਆ ਜਾਏ। ਜੋ ਮੇਰੇ ਮਨ ਨੂੰ ਨਾਮ ਨਾਲ ਜੋੜ ਦੇਗਾ, ਉਹ ਪੂਰਾ ਗੁਰੂ ਹੈ। ਫਿਰ ਕੀ ਹੋਏਗਾ ਮਹਾਰਾਜ? ਸਤਿਗੁਰ ਕੇ ਗਮ ਨੇ ਸਤਿਗੁਰ ਕੇ ਜਨਮੇ ਗਮਨ ਮਿਟਾਇਆ। ਸਤਿਗੁਰ ਨੂੰ ਮਿਲਣ ਤੋਂ ਬਾਅਦ ਇੱਕ ਨਵਾਂ ਜਨਮ ਆਰੰਭ ਹੁੰਦਾ ਹੈ। ਉਹਦੇ ਵਿੱਚ ਆਵਾਗਮਨ, ਮੂਵਮੈਂਟ ਖਤਮ ਹੋ ਜਾਂਦੀ ਹੈ। ਔਰ ਇਹ ਸਭ ਕੁਝ ਕਿੱਥੇ ਹੋ ਰਿਹਾ ਹੈ? ਇਸ ਪਦੇ ਵਿੱਚ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹਨ। ਇਹ ਸਾਰੀ ਐਕਸਰਸਾਈਜ਼ ਧਰਮ ਦੀ ਉਸ ਮਨ ਨੂੰ ਖੋਲ੍ਹਣ ਦੀ ਹੈ ਜਿਸ ਮਨ ਦੇ ਵਿੱਚ ਸਦਾ ਵਿਕਾਸ ਹੈ। ਦਰਸ਼ਨ ਦੀਜੇ ਖੋਲ ਕਿਵਾੜ, ਮੇਰੇ ਮਨ ਦੇ ਕਿਵਾੜ ਗੁਰੂ ਖੋਲ ਦੇ, ਤਾਂ ਹੀ ਦਰਸ਼ਨ ਪਾਵਾਂਗਾ ਮੈਂ। ਗੁਰੂ ਨੇ ਬੜੀ ਦਫਾ ਸਮਝਾਇਆ ਹੈ, ਕਈ ਤਰੀਕਿਆਂ ਨਾਲ ਸਾਨੂੰ ਜੀਵਨ ਬਾਰੇ ਦੱਸਿਆ ਹੈ। ਇਸ ਈਗੋ ਮਾਈਂਡ ਤੋਂ ਉਸ ਨਾਮ ਵਾਲੇ ਮਨ ਦੇ ਟਰੈਵਲ ਦੀ ਗੱਲ ਅਲੱਗ-ਅਲੱਗ ਤਰੀਕਿਆਂ ਨਾਲ ਸਮਝਾਈ ਹੈ। ਅੱਜ ਗੁਰੂ ਸੱਚ ਨੂੰ ਸਾਹਮਣੇ ਰੱਖ ਕੇ ਇੱਕ ਗੱਲ ਦੱਸ ਰਹੇ ਹਨ ਸਾਨੂੰ। ਸੱਚਾ ਸਾਹਿਬ ਏਕ ਤੂੰ, ਜਿਨ ਸੱਚੋ ਸੱਚ ਵਰਤਾਇਆ। ਗੁਰੂ ਦੀ ਇਸ ਗੱਲ ਤੇ ਥੋੜ੍ਹੀ ਜਿਹੀ ਅਸ਼ਚਰਜਤਾ ਮੈਨੂੰ ਹੁੰਦੀ ਹੈ। ਮੈਂ ਇੱਕ ਨੂੰ ਕਿੱਥੇ ਦੇਖਦਾ ਹਾਂ? ਗੁਰੂ ਕਹਿ ਰਹੇ ਹਨ ਕਿ ਸੱਚਾ ਸਾਹਿਬ ਏਕ ਹੀ ਹੈ, ਔਰ ਉੱਥੇ ਤੂੰ ਤੋਂ ਸ਼ੁਰੂ ਹੁੰਦੀ ਹੈ ਗੱਲ, ਮੈਂ ਤੋਂ ਨਹੀਂ। ਅਗਰ ਮੈਂ ਦੇਖਾਂਗਾ ਜੀਵਨ, ਤਾਂ ਮੈਨੂੰ ਇੱਕ ਨਹੀਂ ਦਿਖ ਸਕਦਾ। ਇਹਨਾਂ ਅੱਖਾਂ ਨਾਲ ਤੇ ਇੱਕ ਦਿਖਦਾ ਹੀ ਨਹੀਂ ਹੈ, ਅਨੇਕ ਦਿਖ ਜਾਣਗੇ। 2 ਤਾਂ ਦਿਖਣਗੇ ਹੀ, 3 ਤੋਂ ਜੀਵਨ ਦਾ ਆਰੰਭ ਹੁੰਦਾ ਹੈ। ਸੱਚਾ ਜਿਹੜਾ ਸਾਹਿਬ ਹੈ, ਉਹ ਤੂੰ ਕਹਿ ਕੇ ਹੀ ਦਿਖੇਗਾ। ਜਦੋਂ ਮਨ ਗਿਰ ਜਾਏਗਾ ਔਰ ਮਨ ਦੀਆਂ ਅੱਖਾਂ ਖੁੱਲ੍ਹਣਗੀਆਂ। ਬਾਣੀ ਨੇ ਇੱਕ ਬਹੁਤ ਪਿਆਰੀ ਗੱਲ ਸਮਝਾਈ ਹੈ ਕਿ ਇਹਨਾਂ ਅੱਖਾਂ ਤੋਂ ਇਲਾਵਾ ਮਨ ਦੀਆਂ ਵੀ ਅੱਖਾਂ ਹਨ। ਲੋਇਨ ਸੁਰਤ ਕਰੇ, ਸੁਰਤ ਦੀ ਫੋਕਸਡ ਮਾਈਂਡ ਦੀਆਂ ਅੱਖਾਂ ਹਨ।
ਤੁਸੀਂ ਕਈ ਵਾਰ ਸੁਣਿਆ ਹੋਵੇਗਾ ਥਰਡ ਆਈ, ਜਿੱਥੇ ਮੈਂ ਇੱਕ ਨੂੰ ਦੇਖ ਸਕਦਾ ਹਾਂ। ਮਹਾਰਾਜ ਉਸ ਇੱਕ ਦੇ ਦਰਸ਼ਨ ਵਿੱਚ ਹੀ ਵਿਚਰ ਰਹੇ ਹਨ ਔਰ ਉਹ ਗੱਲ ਉਹਨਾਂ ਦੀ ਬਾਣੀ ਵਿੱਚ ਬਾਰ-ਬਾਰ ਸਾਹਮਣੇ ਆ ਰਹੀ ਹੈ। ਗੁਰੂ ਅੱਜ ਇੱਕ ਨਿਰਾਲੀ ਗੱਲ ਨਹੀਂ ਕਰ ਰਹੇ, ਜੋ ਗੱਲ ਪਹਿਲੇ ਕਰ ਚੁੱਕੇ ਹਨ ਉਸੇ ਨੂੰ ਫਿਰ ਸਮਝਾ ਰਹੇ ਹਨ ਇੱਕ ਨਵੇਂ ਤਰੀਕੇ ਨਾਲ। ਸੱਚਾ ਸਾਹਿਬ ਏਕ ਤੂੰ, ਇਹ ਸਭ ਕੁਝ ਇੱਕ ਦਾ ਪ੍ਰਗਟਾਵਾ ਹੈ। ਇੱਥੇ ਕੀ ਵਰਤ ਰਿਹਾ ਹੈ ਮਹਾਰਾਜ? ਇੱਕ ਵਰਤ ਰਿਹਾ ਹੈ। ਮੈਨੂੰ ਨਹੀਂ ਦਿਖਦਾ, ਮੈਨੂੰ ਅਨੇਕ ਦਿਖ ਰਹੇ ਹਨ। ਮੈਨੂੰ ਮੇਰੇ ਮਨ ਦੇ ਉਤਾਰ ਔਰ ਚੜਾਵ ਦਿਖ ਰਹੇ ਹਨ, ਸਕਸੈਸ ਔਰ ਫੇਲੀਅਰ ਦਿਖ ਰਹੇ ਹਨ, ਮਾਨ ਔਰ ਅਪਮਾਨ ਦਿਖ ਰਿਹਾ ਹੈ। ਮੈਨੂੰ ਇੱਕ ਨਹੀਂ ਦਿਖ ਰਿਹਾ। ਤਾਂ ਇਸ ਪੌੜੀ ਵਿੱਚ ਹਜ਼ੂਰ ਇਸ ਚੀਜ਼ ਨੂੰ ਸਾਨੂੰ ਸਮਝਾਣਗੇ ਕਿ ਕਿਵੇਂ ਇੱਕ ਦਿਖੇਗਾ। ਤੂੰ ਹੀ ਨਿਰੰਕਾਰ, ਮੇਰੇ ਮਨ ਤੋਂ, ਮੈਂ ਤੋਂ, ਈਗੋ ਮਾਈਂਡ ਤੋਂ ਪਾਰ ਜਾਣ ਦੀ ਇੱਕ ਵਿਧੀ ਤੂੰ ਹੀ ਨਿਰੰਕਾਰ ਦੀ ਹੈ। ਇੱਕ ਤੂੰ ਹੀ ਨਿਰੰਕਾਰ। ਬਾਣੀ ਵਿੱਚ ਗੁਰੂ ਨੇ ਇੱਕ ਬਹੁਤ ਪਿਆਰੀ ਗੱਲ ਸਾਨੂੰ ਸਮਝਾਈ ਹੈ। ਮੋਹ ਔਰ ਮਾਨ, ਇਹ ਦੋ ਵਿਘਨ ਹਨ ਸਾਡੇ ਸਾਹਮਣੇ। ਮੋਹ ਹੈ ਮੈਨੂੰ ਪਰਿਵਾਰ ਨਾਲ, ਮਿੱਤਰਾਂ ਨਾਲ, ਕਾਰੋਬਾਰ ਨਾਲ, ਮੇਰੀ ਇਨਵੈਸਟਮੈਂਟਸ ਹਨ। ਈਗੋ ਮਾਈਂਡ ਇਨਵੈਸਟ ਕਰਦਾ ਹੈ ਰਿਲੇਸ਼ਨਸ਼ਿਪਸ ਵਿੱਚ, ਸੁਸਾਇਟੀ ਦੇ ਵਿੱਚ। ਇਹੀ ਤਾਂ ਅਸੀਂ ਕਰ ਰਹੇ ਹਾਂ ਆਜੀਵਨ, ਔਰ ਉਹ ਫਿਰ ਸਾਨੂੰ ਬੰਨ ਦਿੰਦਾ ਹੈ। ਤਾਂ ਮੋਹ ਸਾਡਾ ਵਿਘਨ ਹੈ, ਇੱਕ ਤਰ੍ਹਾਂ ਦਾ ਕਰਟਨ ਹੈ, ਜਿੱਥੇ ਸਾਨੂੰ ਦਿਖਦਾ ਨਹੀਂ ਫਿਰ ਅਸਲੀਅਤ ਕੀ ਹੈ। ਔਰ ਫਿਰ ਮਾਨ ਹੈ, ਈਗੋ ਹੈ, ਮੈਂ ਹਾਂ। ਗੁਰੂ ਸਮਝਾਉਂਦੇ ਹਨ ਕਿ ਇਹ ਉਹਦੀ ਕਿਰਪਾ ਦੇ ਨਾਲ ਇਹ ਦੋਨਾਂ ਵਿਘਨਾਂ ਦੇ ਪਾਰ ਜਾਇਆ ਜਾ ਸਕਦਾ ਹੈ। ਈਗੋ ਮਾਈਂਡ ਤੋਂ ਮਨ ਦੇ ਮਾਈਂਡ ਵਿੱਚ ਜਾਣ ਲਈ ਗੁਰੂ ਦੀ ਲੋੜ ਹੈ। ਆਨੰਦ ਦਾ ਜਿਹੜਾ ਜੀਵਨ ਹੈ ਉਹ ਗੁਰੂ ਬਖਸ਼ਦਾ ਹੈ। ਇਹ ਚੀਜ਼ ਤਾਂ ਵੈਸੇ ਆਜੀਵਨ ਇਹਦੇ ਵਿੱਚ ਤਿਆਰੀ ਦੀ ਲੈਂਦੀ ਹੈ, ਪਰ ਇਹ ਹੁੰਦਾ ਕਿਤਨੀ ਦੇਰ ਵਿੱਚ ਹੈ। ਕ੍ਰਿਸ਼ਨਾ ਮੂਰਤੀ ਨੇ ਵੀ ਇਹ ਗੱਲ ਆਪਣੀ ਇੱਕ ਟਾਕ ਵਿੱਚ ਕਹੀ ਸੀ ਕਿ ਹੋਏਗਾ ਤਾਂ ਇੰਸਟੈਂਟਲੀ। ਭਗਤ ਨਾਮਦੇਵ ਨੇ ਬਹੁਤ ਪਿਆਰੇ ਸ਼ਬਦ ਵਿੱਚ ਸਮਝਾਇਆ ਹੈ, ਨਰ ਤੇ ਸੁਰ ਹੋਏ ਜਾਤ ਨਿਮਖ ਮੈਂ, ਸਤਿਗੁਰ ਬੁੱਧ ਸਿਖਲਾਈ, ਨਰ ਤੇ ਉਪਜ ਸਵਰਗ ਕੋ ਜੀਤਿਓ, ਸੋ ਔਖੁਦ ਮੈਂ ਪਾਈ। ਕਿ ਨਰ ਦਾ ਜੀਵਨ ਹੈ, ਇਨਸਾਨ ਦਾ ਜੀਵਨ ਹੈ, ਔਰ ਦੇਵਤੇ ਵਾਲਾ ਜੀਵਨ ਪਾ ਲਿਆ। ਕਿਤਨੀ ਦੇਰ ਵਿੱਚ? ਨਿਮਖ ਵਿੱਚ। ਨਿਮਖ ਵੈਸੇ ਤੇ ਟਾਈਮ ਦਾ ਉਹ ਟਾਈਮ ਹੈ ਜਿਤਨੇ ਵਿੱਚ ਅਸੀਂ ਪਲਕ ਨੂੰ ਝਪਕਦੇ ਹਾਂ, ਆਈਲਿਡਸ ਨੂੰ ਫਲੈਸ਼ ਕਰਦੇ ਹਾਂ। ਉਤਨੇ ਹੀ ਦੇਰ ਵਿੱਚ ਇਹ ਮਨ ਬਦਲ ਜਾਂਦਾ ਹੈ। ਇਤਨੀ ਹੀ ਦੇਰ ਲੱਗਦੀ ਹੈ ਸੱਤ ਨੂੰ ਜਾਣਨ ਲਈ। ਇਤਨੀ ਹੀ ਦੇਰ ਲੱਗਦੀ ਹੈ ਨਰਕ ਤੋਂ ਸਵਰਗ ਵਿੱਚ ਜਾਣ ਲਈ। ਮੈਂ ਨਰਕ ਔਰ ਸਵਰਗ ਦੀ ਗੱਲ ਉਸ ਤਰ੍ਹਾਂ ਨਹੀਂ ਕਰ ਰਿਹਾ ਜਿਸ ਤਰ੍ਹਾਂ ਅਸੀਂ ਸੋਚਦੇ ਹਾਂ ਜਾਂ ਇਮੈਜਿਨ ਕਰਦੇ ਹਾਂ। ਮੈਂ ਨਰਕ ਔਰ ਸਵਰਗ ਦੀ ਗੱਲ ਉਸ ਭਾਵ ਤੋਂ ਕਰ ਰਿਹਾ ਹਾਂ ਕਿ ਈਗੋ ਬੇਸਡ ਮਾਈਂਡ ਔਰ ਨੌਨ ਈਗੋ ਮਾਈਂਡ, ਜਿਹੜੀ ਗੱਲ ਅਸੀਂ ਪਹਿਲਾਂ ਇੱਕ ਵਾਰ ਵਿਚਾਰੀ ਵੀ ਹੈ। ਭਗਤ ਨਾਮਦੇਵ ਕਹਿੰਦੇ ਹਨ, ਗਮ ਚੇ ਬਾਸ਼ਦ ਗਫਲਤ ਅਜ਼ ਯਾਦ ਖੁਦਾ। ਗਮਾਂ ਦਾ ਕਾਰਨ ਕੀ ਹੈ? ਖੁਦਾ ਦੀ ਯਾਦ ਵਿੱਚ ਗਾਫਲ ਹੋ ਜਾਣਾ ਗਮ ਦਾ ਕਾਰਨ ਹੈ, ਔਰ ਉਸ ਨੂੰ ਯਾਦ ਕਰ ਲੈਣਾ, ਉਸ ਆਨੰਦ ਨੂੰ ਪਾ ਲੈਣਾ ਹੈ। ਨਾਮ ਦੀ ਗੱਲ ਚੱਲ ਰਹੀ ਹੈ। ਗੁਰੂ ਕਹਿੰਦੇ ਹਨ, ਸੱਚਾ ਸਾਹਿਬ ਏਕ ਤੂੰ, ਜਿਨ ਸੱਚੋ ਸੱਚ ਵਰਤਾਇਆ। ਜੋ ਕੁਝ ਵਰਤ ਰਿਹਾ ਹੈ ਉਹ ਸੱਚ ਹੈ। ਇਸ ਘੜੀ ਵਿੱਚ ਅਸੀਂ ਗੱਲ ਕਰ ਰਹੇ ਹਾਂ ਤੇ ਇਸ ਫਰੇਮ ਵਿੱਚ ਇਹ ਸਭ ਸੱਤ ਹੈ। ਕੱਲ ਇਹ ਹੋਏ ਨਾ ਹੋਏ ਉਹ ਅਲੱਗ ਗੱਲ ਹੈ। ਤਾਂ ਜੋ ਵਰਤ ਰਿਹਾ ਹੈ ਉਸ ਸੱਚੇ ਦੇ ਕਾਰਨ ਵਰਤ ਰਿਹਾ ਹੈ। ਜੋ ਕੁਝ ਜੀਵਨ ਦਾ ਬਹਾਵ ਹੈ, ਜਿਹੜਾ ਮੂਵਮੈਂਟ ਵਿੱਚ ਜੀਵਨ ਚੱਲ ਰਿਹਾ ਹੈ, ਉਸ ਦੀ ਐਨਰਜੀ ਦਾ ਸੋਰਸ ਨਿਰੰਕਾਰ ਹੈ। ਉਹ ਸੱਚਾ ਹੈ ਔਰ ਉਹ ਥਿਰ ਹੈ, ਉਹ ਅਨਚੇਂਜਿੰਗ ਹੈ, ਉਹ ਸਦਾ ਲਈ ਹੈ। ਮਹਾਰਾਜ ਦੀ ਨਿਗਾਹ, ਸਾਹਿਬ ਦਾ ਧਿਆਨ
ਸਾਹਿਬ ਦਾ ਪ੍ਰੇਮ, ਬਾਣੀ ਦੀ ਆਵਾਜ਼, ਇੱਕ ਪ੍ਰੇਮੀ ਦੀ ਆਵਾਜ਼ ਬਾਣੀ ਦੀ ਸੁਣ ਕਰ ਦਿੰਦੀ ਹੈ ਸਭ ਨੂੰ। ਸਾਹਿਬ ਦੇ ਥਰੂ ਨਿਰੰਕਾਰ ਬੋਲ ਰਿਹਾ ਹੈ। ਬਾਣੀ ਆਈ ਹੈ ਸੁਰਤ ਵਿੱਚ, ਰਬਾਬ ਛੇੜੀ ਹੈ, ਔਰ ਰਾਤ ਦੇ ਹਨੇਰੇ ਵਿੱਚ ਸਭ ਆਲਾ ਦੁਆਲਾ ਸੁੰਨ ਹੋ ਗਿਆ ਹੈ। ਮਹਾਰਾਜ ਨਿਰੰਕਾਰ ਦੀ ਬਾਣੀ ਨੂੰ ਪ੍ਰਗਟ ਕਰ ਰਹੇ ਹਨ, ਔਰ ਉਸ ਸੱਚੇ ਦੇ ਧਿਆਨ ਵਿੱਚ ਹੀ ਆਜੀਵਨ ਸਾਰੀ ਬਾਣੀ ਚੱਲ ਰਹੀ ਹੈ। ਭਾਈ ਲਾਲੋ ਨੂੰ ਸਮਝਾ ਵੀ ਰਹੇ ਹਨ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਮਨ ਜੁੜ ਗਿਆ ਹੈ ਸੱਚ ਨਾਲ, ਤਾਂ ਹੁਣ ਵਿਚਾਰ ਗਿਰ ਗਏ ਹਨ। ਨਿਰੰਕਾਰ ਦੇ ਦਰਸ਼ਨ ਵਿੱਚ ਸਾਰੀ ਗੱਲ ਪ੍ਰਗਟ ਹੋ ਰਹੀ ਹੈ। ਮੇਰੇ ਜੀਵਨ ਦੇ ਵਿੱਚ ਇਸ ਦਾ ਹੁਣ ਕੀ ਅਕਸ ਹੈ, ਇਸ ਨੂੰ ਸਮਝਣਾ ਹੈ। ਇਸ ਪਦੇ ਵਿੱਚ, ਇਸ ਪੌੜੀ ਦੇ ਵਿੱਚ ਮਹਾਰਾਜ ਦੱਸਦੇ ਹਨ, ਜਿਸ ਤੂੰ ਦੇ ਤਿਸ ਮਿਲੇ ਸੱਚ, ਤਾਂ ਤਿੰਨੀ ਸੱਚ ਕਮਾਇਆ। ਅਸੀਂ ਜੀਵਨ ਨੂੰ ਕਰਨ ਤੋਂ ਜਾਣਦੇ ਹਾਂ। ਇਗਜ਼ਾਮ ਹੈ, ਕੱਲ ਪੜ੍ਹਨਾ ਹੈ, ਮੈਂ ਪੜ੍ਹਨਾ ਹੈ, ਮੈਂ ਕਰਾਂਗਾ ਤਾਂ ਇਮਤਿਹਾਨ ਦਿੱਤਾ ਜਾਏਗਾ। ਕੱਲ ਕਿਧਰੇ ਜਾਣਾ ਹੈ, ਉਹਦੀ ਤਿਆਰੀ ਕਰਾਂਗਾ ਤਾਂ ਉੱਥੇ ਜਾ ਕੇ ਆਪਣੀ ਗੱਲ ਰੱਖ ਪਾਵਾਂਗਾ। ਕੁਝ ਚੀਜ਼ ਖਰਾਬ ਹੋ ਗਈ ਹੈ, ਮੈਂ ਉਸ ਨੂੰ ਲੱਗ ਕੇ ਠੀਕ ਕਰਾਂਗਾ ਜਾਂ ਕਰਾਵਾਂਗਾ ਤਾਂ ਠੀਕ ਹੋ ਜਾਏਗੀ। ਹਰ ਚੀਜ਼ ਜੀਵਨ ਦੀ ਕਰਨ ਤੋਂ ਹੈ, ਮੈਂ ਕਰਦਾ ਹਾਂ। ਪਰ ਇੱਥੇ ਗੁਰੂ ਇੱਕ ਬਹੁਤ ਗਹਿਨ ਗੱਲ ਸਮਝਾ ਰਹੇ ਹਨ ਕਿ ਨਿਰੰਕਾਰ ਦਾ ਐਕਸਪੀਰੀਅੰਸ ਮੇਰੇ ਕਰਨ ਤੋਂ ਬਿਯੋਂਡ ਹੈ। ਮੈਂ ਉਸ ਨੂੰ ਕਰਕੇ ਨਹੀਂ ਪਾ ਸਕਦਾ। ਮਨ ਦੀ ਬੇਚੈਨੀ, ਮਨ ਦੇ ਰੋਗ, ਮਨ ਦੀ ਚਿੰਤਾਵਾਂ, ਮਨ ਦੇ ਪ੍ਰੈਸ਼ਰਸ, ਇਹ ਸਭ ਮੇਰੇ ਕਰਨ ਤੋਂ ਹਨ। ਮੈਂ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਔਰ ਉਹ ਨਹੀਂ ਹੋ ਰਿਹਾ ਹੈ। ਨਿਰੰਕਾਰ ਦਾ ਐਕਸਪੀਰੀਅੰਸ ਮੇਰੇ ਕਰਨ ਤੋਂ ਬਿਯੋਂਡ ਹੈ, ਮੇਰੇ ਈਗੋ ਤੋਂ ਬਿਯੋਂਡ ਹੈ। ਮੇਰੇ ਨਾਲ ਉਹਦਾ ਕੋਈ ਰਿਲੇਸ਼ਨ ਨਹੀਂ ਹੈ। ਇਸ ਤਰ੍ਹਾਂ ਮੈਂ ਕਦੇ ਨਿਰੰਕਾਰ ਨੂੰ ਨਹੀਂ ਮਿਲਾਂਗਾ। ਨਾਮ ਦੀ ਅਵਸਥਾ ਵਿੱਚ ਮੈਂ ਨਹੀਂ ਹਾਂ। ਹਉਮੈ ਨਾਮੇ ਨਾਲ ਵਿਰੋਧ ਹੈ, ਦੋਏ ਨਾ ਵਸੇ ਇੱਕ ਥਾਂ। ਜਾਂ ਮੈਂ ਹੋਵਾਂਗਾ ਜਾਂ ਨਿਰੰਕਾਰ ਹੋਏਗਾ, ਦੋਨੋਂ ਇਕੱਠੇ ਨਹੀਂ ਹੋ ਸਕਦੇ। ਗੁਰੂ ਕਹਿ ਰਹੇ ਹਨ ਕਿ ਇਹ ਜਿਹੜਾ ਉਸ ਦਾ ਐਕਸਪੀਰੀਅੰਸ ਹੈ, ਨਿਰੰਕਾਰ ਨੂੰ ਜਾਣਨ ਦਾ ਐਕਸਪੀਰੀਅੰਸ ਹੈ, ਉਹ ਮੇਰੇ ਕਰਨ ਤੋਂ ਨਹੀਂ ਹੈ ਔਰ ਉਹ ਨਿਰੰਕਾਰ ਦੇ ਦੇਣ ਤੋਂ ਹੀ ਮਿਲੇਗਾ, ਕਮਾਇਆ ਜਾਏਗਾ। ਬਲਕਿ ਕਮਾਉਣ ਤੋਂ ਕੀ ਭਾਵ ਹੈ? ਜਪਜੀ ਸਾਹਿਬ ਵਿੱਚ ਸਾਹਿਬ ਨੇ ਮਨ ਦੀ ਅਵਸਥਾ ਦੀ ਗੱਲ ਚਲਾਈ ਹੈ ਕਿ ਜੀਵਨ ਦਾ ਐਕਸਪੀਰੀਅੰਸ ਮਨ ਦੇ ਸਟੇਟ ਨਾਲ ਰਿਲੇਸ਼ਨ ਰੱਖਦਾ ਹੈ। ਮੇਰੀ ਮਾਨਸਿਕ ਅਵਸਥਾ ਕੀ ਹੈ? ਔਰ ਇੱਕ ਜਗ੍ਹਾ ਉਹਨਾਂ ਨੇ ਇੱਕ ਐਬਸੋਲੂਟ ਗੱਲ ਕੀਤੀ ਹੈ, ਮਨ ਜੀਤੇ ਜਗ ਜੀਤ। ਜਿਸ ਦਿਨ ਮੈਂ ਮਨ ਨੂੰ ਜਿੱਤ ਲਵਾਂਗਾ, ਉਸ ਦਿਨ ਮੈਂ ਜਗ ਨੂੰ ਜਿੱਤ ਲਵਾਂਗਾ। ਅਸੀਂ ਇਸ ਤੋਂ ਇਹ ਸਮਝਦੇ ਹਾਂ ਕਿ ਮੈਂ ਮਨ ਨੂੰ ਕੰਟਰੋਲ ਕਰ ਲਵਾਂਗਾ, ਪਰ ਕੰਟਰੋਲ ਵੀ ਮੇਰੇ ਕਰਨ ਤੋਂ ਹੈ। ਮੈਨੂੰ ਨਹੀਂ ਲੱਗਦਾ ਇਹਦਾ ਰਿਲੇਸ਼ਨ ਕੰਟਰੋਲ ਨਾਲ ਹੈ। ਇਹਦਾ ਰਿਲੇਸ਼ਨ ਮਨ ਦੇ ਉਹ ਦਰਵਾਜ਼ੇ ਖੋਲ੍ਹਣ ਦਾ ਹੈ ਜਿੱਥੋਂ ਮਨ ਦਾ ਈਗੋ ਤੇ ਬਿਯੋਂਡ ਦਾ ਐਕਸਪੀਰੀਅੰਸ ਆ ਸਕਦਾ ਹੈ। ਜਿਵੇਂ ਮੇਰੇ ਹੰਕਾਰੀ ਮਨ ਵਿੱਚ ਇੱਕ ਤਪਸ਼ ਹੈ, ਗਰਮੀ ਹੈ, ਔਰ ਮੈਂ ਖਿੜਕੀਆਂ ਖੋਲ੍ਹ ਦੇਵਾਂ ਤਾਂ ਠੰਡੀ ਹਵਾ ਉਸ ਤਪਸ਼ ਨੂੰ ਬੁਝਾ ਦੇਗੀ। ਨਿਰੰਕਾਰ ਦਾ ਐਕਸਪੀਰੀਅੰਸ ਕੁਝ ਇਹੋ ਜਿਹਾ ਹੀ ਹੈ। ਮੈਂ ਕੁਝ ਵੀ ਕਰ ਲਵਾਂ, ਕਿਤਨਾ ਵੀ ਕਮਾ ਲਵਾਂ, ਕਿਤਨਾ ਵੀ ਜੀਵਨ ਦੇ ਰੂਪ ਵਿੱਚ ਚੰਗਿਆਈਆਂ, ਪੁੰਨ ਔਰ ਇਹੋ ਜਿਹੀ ਅਵਸਥਾ ਦੇ ਵਿੱਚ ਵਿਚਰਦਾ ਰਵਾਂ, ਮਨ ਦੀ ਤਪਸ਼ ਨਹੀਂ ਜਾਏਗੀ, ਦੁੱਖ ਤੋਂ ਮੁਕਤੀ ਨਹੀਂ ਹੋਏਗੀ। ਉਹ ਸਿਰਫ ਤਾਂ ਹੀ ਹੋ ਸਕਦੀ ਹੈ ਜਦੋਂ ਈਗੋ ਡ੍ਰੌਪ ਕਰਕੇ ਮੈਂ ਉਹਦੇ ਬਿਯੋਂਡ ਜਾਵਾਂਗਾ। ਤਾਂ ਗੁਰੂ ਨੇ ਕਿਹਾ ਹੈ, ਕੜੀਏ ਸ਼ਬਦ ਸੱਚੀ ਟਕਸਾਲ। ਮਨ ਨੂੰ ਕੜਨਾ ਹੈ। ਕੜਨ ਤੋਂ ਭਾਵ ਕੀ ਹੈ ਕਿ ਮੇਰੀ ਜੋ ਐਸੋਸੀਏਸ਼ਨਸ ਹਨ ਲਾਈਫ ਦੀਆਂ, ਉਹ ਫਿਜ਼ੀਕਲ ਨਾਲ ਰਿਲੇਸ਼ਨ ਰੱਖਦੀਆਂ ਹਨ, ਸੀਨ ਵਰਲਡ ਦੇ ਨਾਲ ਰਿਲੇਸ਼ਨ ਰੱਖਦੀਆਂ ਹਨ, ਮਾਇਆ ਦੇ ਨਾਲ ਰਿਲੇਸ਼ਨ ਰੱਖਦੀਆਂ ਹਨ। ਮਾਇਆ ਤੋਂ ਭਾਵ ਹੈ ਇੱਕ ਦੇਖਣ ਦਾ ਤਰੀਕਾ ਜਿਹਦੇ 'ਚ ਅਜ਼ੰਪਸ਼ਨਸ ਹਨ।
ਜੋ ਸਦਾ ਲਈ ਨਹੀਂ ਹੈ ਮੈਂ ਉਹਨੂੰ ਅਜ਼ਿਊਮ ਕਰਦਾ ਹਾਂ ਉਹ ਸਦਾ ਲਈ ਹੈ, ਨਹੀਂ ਤਾਂ ਮੈਂ ਜੀ ਨਹੀਂ ਪਾਵਾਂਗਾ। ਸੋ ਆਈ ਐਮ ਨਾਟ ਲਿਵਿੰਗ ਦ ਰਿਐਲਿਟੀ ਬਟ ਅਜ਼ਿਊਮਿੰਗ ਇਟ। ਇਹ ਮਾਇਆ ਹੈ। ਅਗਰ ਮੈਂ ਜੀਵਨ ਨੂੰ ਸਦਾ ਲਈ ਨਹੀਂ ਜਾਣਦਾ ਔਰ ਇਹ ਚੀਜ਼ ਮੇਰੇ ਮਨ ਵਿੱਚ ਬੈਠੀ ਹੋਈ ਹੈ ਕਿ ਜੀਵਨ ਸਦਾ ਲਈ ਨਹੀਂ ਹੈ, ਤਾਂ ਮੇਰਾ ਜੀਵਨ ਦਾ ਜੀਣ ਦਾ ਤਰੀਕਾ ਡਿਫਰੈਂਟ ਹੋਏਗਾ। ਪਰ ਮੇਰੇ ਰੋਜ਼ਮर्रा ਦੇ ਜੀਵਨ ਵਿੱਚ ਇਹ ਥਾਟ ਨਹੀਂ ਮੈਨੂੰ ਆਉਂਦੀ ਕਿ ਇੱਕ ਦਿਨ ਅਸੀਂ ਇੱਥੋਂ ਜਾਣਾ ਹੈ। ਅਗਰ ਆਏਗੀ ਤਾਂ ਜੀਵਨ ਬਦਲ ਜਾਏਗਾ, ਪਰ ਨਹੀਂ ਆ ਰਹੀ। ਇਹ ਮਾਇਆ ਹੈ, ਇੱਕ ਇਨਸੂਲੇਸ਼ਨ, ਇੱਕ ਬਬਲ, ਜਿਹੜੀ ਰਿਐਲਿਟੀ ਨਹੀਂ ਹੈ। ਇਹ ਮੈਂ ਆਪਣੇ ਆਲੇ ਦੁਆਲੇ ਕ੍ਰੀਏਟ ਕੀਤੀ ਹੋਈ ਹੈ ਔਰ ਉਸੇ ਦੇ ਵਿੱਚ ਮੈਂ ਜੀ ਰਿਹਾ ਹਾਂ। ਜਿਸ ਦਿਨ ਉਹ ਟੁੱਟ ਜਾਏਗਾ ਮੈਨੂੰ ਜੀਵਨ ਵੱਖਰਾ ਦਿਖੇਗਾ। ਮਹਾਰਾਜ ਉਸ ਨੂੰ ਸੱਚ ਕਹਿੰਦੇ ਹਨ। ਮੈਨੂੰ ਸੱਤ ਦਿਖ ਜਾਏਗਾ ਜੀਵਨ ਤੋਂ। ਸਿਆਲਕੋਟ ਦੀ ਕਥਾ ਹੈ, ਮਰਨਾ ਸੱਚ, ਜੀਣਾ ਝੂਠ। ਤਾਂ ਹਜੂਰ ਕਹਿੰਦੇ ਹਨ ਕਿ ਇਹ ਜਿਹੜੀ ਅਵਸਥਾ ਹੈ ਮਨ ਦੀ, ਇਹ ਉਸ ਤੇ ਦੇਣ ਤੋਂ ਮਿਲੇਗੀ ਔਰ ਇਹ ਕਮਾਈ ਜਾਏਗੀ। ਘੜੀਏ ਸ਼ਬਦ ਸੱਚੀ ਟਕਸਾਲ। ਮਨ ਨੂੰ ਘੜਨਾ ਹੈ, ਮਨ ਨੂੰ ਕਰਕੇ ਇਹਦੀ ਮਨ ਦੀ ਐਸੋਸੀਏਸ਼ਨਸ ਨੂੰ ਬਦਲਣਾ ਹੈ, ਸੱਚ ਦੇ ਵੱਲ ਮੁੱਖ ਕਰਨਾ ਹੈ। ਉਸ ਵੱਲ ਮੁੱਖ ਕਰਨਾ ਹੈ ਜੋ ਅਨਸੀਨ ਵਰਲਡ ਹੈ, ਜਿੱਥੇ ਨਾਮ ਵਸਦਾ ਹੈ। ਤਾਂ ਮਨ ਸਟਲ ਹੁੰਦਾ ਜਾਏਗਾ, ਮਨ ਸੂਖਮ ਹੁੰਦਾ ਜਾਏਗਾ, ਮਨ ਉਹਨਾਂ ਉਡਾਰੀਆਂ ਵਾਸਤੇ ਤਿਆਰ ਹੋ ਜਾਏਗਾ ਜਿੱਥੇ ਆਨੰਦ ਵਸਦਾ ਹੈ। ਗੁਰੂ ਇੱਕ ਖਿਣ ਵਿੱਚ ਬਦਲ ਸਕਦਾ ਹੈ ਮਨ ਨੂੰ, ਪਰ ਅਗਰ ਮਨ ਤਿਆਰ ਨਹੀਂ ਹੈ ਤਾਂ ਮੈਂ ਆਜੀਵਨ ਗੁਰੂ ਨੂੰ ਮਿਲ ਨਹੀਂ ਪਾਵਾਂਗਾ। ਗੁਰੂ ਨੂੰ ਮਿਲਣ ਦੀ ਤਿਆਰੀ ਮੈਂ ਕਰਨੀ ਹੈ ਘੜ ਕੇ ਸ਼ਬਦ ਨਾਲ, ਔਰ ਫਿਰ ਸ਼ਬਦ ਮੈਨੂੰ ਉਸ ਐਕਸਪੀਰੀਅੰਸ ਨੂੰ ਖੋਲ ਦੇਗਾ ਜਿਹੜਾ ਸਦਾ ਲਈ ਹੈ ਔਰ ਵਿਕਾਸ ਵਿੱਚ ਭਰਿਆ ਹੈ। ਉਹ ਅਨਕੰਡੀਸ਼ਨਲ ਸਟੇਟ ਆਫ ਬੀਇੰਗ ਹੈ। ਮੇਰੇ ਬਿਜ਼ਨਸ ਵਿੱਚ ਲਾਸ ਹੈ ਜਾਂ ਪ੍ਰੋਫਿਟ ਹੈ, ਸੋਸਾਇਟੀ ਮੈਨੂੰ ਚੰਗਾ ਗਿਣਦੀ ਹੈ ਜਾਂ ਮਾੜਾ ਗਿਣਦੀ ਹੈ, ਮੇਰੇ ਪਰਿਵਾਰ ਵਾਲੇ ਮੈਨੂੰ ਸਿਆਣਾ ਗਿਣਦੇ ਹਨ ਕਿ ਮੂਰਖ ਗਿਣਦੇ ਹਨ, ਇਹ ਕੰਡੀਸ਼ਨਸ ਉੱਥੇ ਮੈਟਰ ਨਹੀਂ ਕਰਦੀਆਂ। ਮੈਂ ਨਾਮ ਦਾ ਪ੍ਰੇਮੀ ਹਾਂ, ਇਹ ਮੈਟਰ ਜ਼ਰੂਰ ਕਰਦਾ ਹੈ। ਮੈਂ ਪ੍ਰੇਮੀ ਹਾਂ, ਸਭ ਤੋਂ ਜ਼ਿਆਦਾ ਇਹ ਮੈਟਰ ਕਰਦਾ ਹੈ। ਤਾਂ ਪਾਤਸ਼ਾਹ ਨੇ ਪ੍ਰੇਮ ਦੀ ਗੱਲ ਨਾਲ ਨਾਲ ਹਰ ਜਗ੍ਹਾ ਕੀਤੀ ਹੈ। ਜਪਜੀ ਸਾਹਿਬ ਵਿੱਚ ਵੀ ਕੀਤੀ ਹੈ, 38ਵੇਂ ਪਦੇ ਵਿੱਚ ਵੀ ਕੀਤੀ ਹੈ। ਪੈ ਨੂੰ ਭਾਉ ਬਣਾ ਲਓ ਤਾਂ ਘੜੀਏ ਸ਼ਬਦ ਸੱਚੀ ਟਕਸਾਲ। ਇਸ ਵੈਲਥ ਅਗਰ ਮਨ ਦੀ ਕੋਈ ਸਿੱਖਦੀ ਹੈ ਤਾਂ ਇਸ ਮਨ ਦੇ ਵਿੱਚੋਂ ਜਿਹੜਾ ਖਜ਼ਾਨਾ ਦੱਬਿਆ ਹੈ ਸੱਚ ਦਾ, ਪ੍ਰੇਮ ਦਾ, ਨਾਮ ਦਾ, ਉਸ ਨੂੰ ਜਾਣ ਲੈਣਾ ਹੈ। ਉਸ ਨੂੰ ਗੁਰੂ ਨੇ ਮਿੰਟ ਕਿਹਾ ਹੈ, ਟਕਸਾਲ ਕਿਹਾ ਹੈ। ਔਰ ਸੁੱਖ ਔਰ ਦੁੱਖ ਔਰ ਕਰਮਾਂ ਤੋਂ ਪਰੇ ਦੀ ਥਿਉਰੀ ਦੀ ਗੱਲ ਗੁਰੂ ਨੇ ਇਸੇ ਪਦੇ ਵਿੱਚ ਸਮਝਾ ਦਿੱਤੀ ਹੈ। ਜਿਨ ਕੋ ਨਦਰ ਕਰਮ ਤਿਨਕਾਰ। ਇਹ ਨਦਰ ਦਾ ਜੀਵਨ ਹੈ, ਯਾਨੀ ਕਿ ਉਹਦੀ ਬਖਸ਼ਿਸ਼ ਦਾ ਜੀਵਨ ਹੈ। ਜਿਹੜੀ ਗੱਲ ਅੱਜ ਦੇ ਪਦੇ ਵਿੱਚ ਹਜੂਰ ਸਮਝਾ ਰਹੇ ਹਨ ਸਾਨੂੰ ਕਿ ਮੇਰੇ ਕਰਨੇ ਤੋਂ ਨਹੀਂ ਮਿਲੇਗਾ, ਜਿਸ ਤੂੰ ਦੇ ਤਿਸ ਮਿਲੇ ਸੱਚ। ਜਿਸ ਨੂੰ ਉਹ ਦਿੰਦਾ ਹੈ ਉਸ ਨੂੰ ਮਿਲਦਾ ਹੈ ਸੱਚ, ਔਰ ਫਿਰ ਉਹ ਉਸ ਨੂੰ ਕਮਾਉਂਦਾ ਹੈ। ਤਾਂ ਤਿੰਨੀ ਸੱਚ ਕਮਾਇਆ, ਮੇਰੇ ਕਰਨ ਤੋਂ ਨਹੀਂ ਹੈ। ਹਾਂ, ਮੇਰੀ ਅਰਦਾਸਾਂ ਹੋ ਸਕਦੀਆਂ ਹਨ, ਪਰ ਇਹਦੇ ਵਿੱਚ ਮੇਰੀ ਡੂਇੰਗ ਨਹੀਂ, ਮੇਰੀ ਨੌਨ ਡੂਇੰਗ ਦਾ ਰੋਲ ਜ਼ਿਆਦਾ ਹੈ। ਐਕਸੈਪਟੈਂਸ ਵਿੱਚ ਜੀਣ ਦਾ ਰੋਲ ਜ਼ਿਆਦਾ ਹੈ। ਮੇਰੇ ਈਗੋ ਦਾ ਇੱਥੇ ਕੋਈ ਰੋਲ ਨਹੀਂ ਹੈ। ਪਰ ਇਹ ਹੋਏਗਾ ਕਿਸ ਤਰ੍ਹਾਂ ਮਹਾਰਾਜ? ਗੁਰੂ ਕਹਿੰਦੇ ਹਨ ਸਤਿਗੁਰ ਜਦੋਂ ਮਿਲੇਗਾ ਤਾਂ ਜੀਵਨ ਬਦਲ ਜਾਏਗਾ। ਸਤਿਗੁਰੂ ਜਿਵੇਂ ਦਰਵਾਜ਼ਾ ਹੋਏ, ਡੋਰ ਹੋਏ, ਗੁਰਦੁਆਰੇ ਲਾਏ ਭਾਵਨੀ। ਪ੍ਰੇਮ ਦਾ ਇੱਕ ਦਰਵਾਜ਼ਾ ਗੁਰੂ ਹੈ। ਸਤਿਗੁਰ ਮਿਲੀਏ ਸੱਚ ਪਾਇਆ, ਜਿਨ ਕੇ ਹਿਰਦੇ ਸੱਚ ਵਸਾਇਆ। ਜਿਸ ਦਿਨ ਗੁਰੂ ਮਿਲ ਜਾਏਗਾ, ਪਰ ਗੁਰੂ ਕੌਣ ਡਿਫਾਈਨ ਕਰੇਗਾ? 6 ਮੀਟਰ ਦਾ ਜਿਸ ਨੇ ਚੋਗਾ ਪਾਇਆ ਹੋਏ
ਚਿੱਟੇ ਕੱਪੜੇ ਹੋਣ, ਵਾਲ ਖਿਲੜੇ ਹੋਣ, ਉਹੀ ਗੁਰੂ ਹੋਣਾ ਹੈ ਕਿਧਰੇ। ਪਰ ਗੁਰੂ ਨੇ ਇਹ ਕਿਧਰੇ ਡਿਫਾਈਨ ਨਹੀਂ ਕੀਤਾ ਇਸ ਤਰ੍ਹਾਂ ਦਿਖੇਗਾ। ਗੁਰੂ ਨੇ ਕੁਆਲਿਟੀਜ਼ ਡਿਫਾਈਨ ਕੀਤੀਆਂ ਹਨ। ਬਾਣੀ ਗੁਰੂ ਹੈ ਬਾਣੀ। ਗੁਰੂ ਸਾਹਿਬ ਕਹਿ ਰਹੇ ਹਨ ਕਿ ਜੋ ਬਾਣੀ ਹੈ ਉਹੀ ਗੁਰੂ ਹੈ। ਇਸ ਬਾਣੀ ਨੂੰ ਮਨ ਵਿੱਚ ਵਸਾ ਲੈਣਾ, ਇਹਦੇ ਵਿਚਾਰ ਕਰਨੇ ਔਰ ਫਿਰ ਇਹਦਾ ਧਿਆਨ ਕਰਨਾ। ਜਪ ਮਨ ਸਤਨਾਮ ਸਦਾ ਸਤਨਾਮ, ਜਨ ਨਾਨਕ ਕੋ ਗੁਰ ਇਹ ਮਤ ਦੀਨੀ, ਜਪ ਹਰ ਭਵਜਲ ਤਰਨਾ। ਜਾ ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ। ਮਨ ਦੀ ਉਹ ਕੰਪਲੀਟਨੈਸ ਜਿੱਥੇ ਭੁੱਖ ਨਹੀਂ ਰਹਿ ਜਾਂਦੀ, ਜਿੱਥੇ ਇਨਕੰਪਲੀਟਨੈਸ ਮਨ ਦੀ ਖਤਮ ਹੋ ਜਾਂਦੀ ਹੈ, ਨਾਮ ਦੇ ਜਪਣ ਨਾਲ ਤ੍ਰਿਸ਼ਨਾ ਸਭ ਬੁਝੀ ਹੈ। ਨਾਨਕ ਤ੍ਰਿਪਤ ਅਗਾਈ, ਤ੍ਰਿਪਤ ਹੋ ਗਿਆ, ਫੁਲਫਿਲ ਹੋ ਗਿਆ ਕੰਪਲੀਟਲੀ। ਕੋਈ ਭੁੱਖ ਨਹੀਂ ਰਹਿ ਗਈ ਮਨ ਦੀ। ਇਹ ਨਾਮ ਦੀ ਅਵਸਥਾ ਹੈ ਮਹਾਰਾਜ। ਨਾਮ ਨਾਲ ਮੈਂ ਕਿਤਨੀ ਸਾਂਝ ਪਾਉਂਦਾ ਹਾਂ, ਕਿਤਨਾ ਸਮਾਂ ਦਿੰਦਾ ਹਾਂ, ਅੰਤਰ ਜਾਣ ਨੂੰ ਕਿਤਨਾ ਸਮਾਂ ਦਿੰਦਾ ਹਾਂ। ਗੁਰੂ ਤੇਗ ਬਹਾਦਰ ਨੇ ਤੇ ਸਾਨੂੰ ਹੋਰ ਤਰ੍ਹਾਂ ਵੀ ਸਮਝਾਇਆ ਹੈ ਕਿ ਇਹ ਜੀਵਨ ਇੱਕ ਧੋਖਾ ਹੈ। ਪਰ ਜਦ ਤੱਕ ਮੈਂ ਆਪਣੇ ਸੱਤ ਨੂੰ ਨਹੀਂ ਜਾਣਾਂਗਾ, ਮਨ ਦੇ ਸਟਰਕਚਰ ਨੂੰ ਨਹੀਂ ਸਮਝਾਂਗਾ, ਤਦ ਤੱਕ ਇਹ ਧੋਖਾ ਉਤਰੇਗਾ ਨਹੀਂ। ਜਦ ਤੱਕ ਮੈਂ ਉਸ ਮਨ ਨੂੰ ਨਹੀਂ ਦੇਖ ਪਾਵਾਂਗਾ ਜਿਹੜੇ ਮੇਰੇ ਨਾਲ ਹੈ, ਮੈਂ ਕਦੇ ਜਾਣ ਨਹੀਂ ਪਾਵਾਂਗਾ ਜੀਵਨ ਕੀ ਹੈ। ਇਹ ਗੁਰੂ ਹਨ ਜਿਨ੍ਹਾਂ ਦੇ ਸਾਹਮਣੇ ਨਿਰੰਕਾਰ ਪ੍ਰਗਟ ਹੈ। ਮੌਤ ਤਾਂ ਬੜੀ ਹੀ ਤੁੱਛ ਜਿਹੀ ਗੱਲ ਦਿਖਦੀ ਹੈ, ਬੜੇ ਦੂਰ ਨਿਕਲ ਗਏ ਹਨ। ਜੀਵਨ ਔਰ ਮੌਤ ਦੇ ਇਸ ਖੇਡ ਤੋਂ ਪਰੇ ਦਾ ਜੀਵਨ ਜਾਣ ਲਿਆ ਹੈ, ਜਿੱਥੇ ਮੌਤ ਦਾ ਕੋਈ ਅਕਸ ਹੀ ਨਹੀਂ ਹੈ। ਤਾਂ ਹੀ ਇਹੋ ਜਿਹਾ ਜੀਵਨ ਹੈ। ਔਰ ਨਾਲ ਗੁਰੂ ਸਮਝਾ ਰਹੇ ਹਨ ਕਿ ਜੀਵਨ ਹੈ ਕੀ, ਇਹਨੂੰ ਜਾਣੋ। ਸ਼ਬਦ ਦੇ ਵਿਚਾਰ ਨਾਲ ਹੀ ਜਾਣ ਪਾਵਾਂਗੇ। ਬਾਹਰ ਭੀਤਰ ਏਕੋ ਜਾਣੇ, ਇਹ ਗੁਰ ਗਿਆਨ ਬਤਾਈ। ਜਨ ਨਾਨਕ ਬਿਨ ਆਪਾ ਚੀਨੇ, ਮਿਟੇ ਨਾ ਭ੍ਰਮ ਕੀ ਕਾਈ। ਬਿਨਾਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਜਾਣਿਆ, ਆਪਾ ਚੀਨੇ, ਇਹ ਜਿਹੜਾ ਭ੍ਰਮ ਹੈ, ਇਲਿਊਜ਼ਨ ਹੈ, ਇਹ ਨਹੀਂ ਮਿਟੇਗਾ। ਕੇਵਲ ਇਮੈਜੀਨੇਸ਼ਨ ਨਾਲ ਨਹੀਂ ਜਾਣ ਸਕਦੇ ਇਹਨੂੰ। ਇਹਦੇ ਲਈ ਗੁਰੂ ਨੂੰ ਪੂਰੀ ਤਰ੍ਹਾਂ ਮਿਲਣਾ ਪਏਗਾ। ਈਗੋ ਬੇਸਡ ਮਨ ਨੂੰ ਤਿਆਗਣਾ ਪਏਗਾ। ਮਨ ਵੇਚੇ ਸਤਿਗੁਰ ਕੇ ਪਾਸ ਦਾ ਅਰਥ ਕੀ ਹੈ? ਇਸ ਚੇਂਜਿੰਗ ਮਾਈਂਡ ਨੂੰ ਵੇਚ ਦੇਣਾ ਹੈ ਗੁਰੂ ਅੱਗੇ। ਗੁਰੂ ਦੇ ਅੱਗੇ ਇਸ ਮਨ ਨੂੰ ਅਰਪਣ ਕਰ ਦੇਣਾ ਹੈ, ਤਿਆਗ ਦੇਣਾ ਹੈ। ਤਾਂ ਅਸੀਂ ਗੁਰੂ ਨੂੰ ਮੱਥਾ ਟੇਕ ਰਹੇ ਹਾਂ, ਨਹੀਂ ਤਾਂ ਮੱਥਾ ਵੀ ਨਹੀਂ ਟੇਕ ਸਕਦੇ। ਜੀਵਨ ਬਦਲ ਜਾਂਦਾ ਹੈ ਜਦੋਂ ਇਸ ਤਰ੍ਹਾਂ ਸੋਚਦੇ ਹਾਂ। ਮਨ ਵੇਚੇ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਮਹਾਰਾਜ ਹਜੂਰ ਦੀ ਸਾਰੀ ਕਥਾ ਹੀ ਪ੍ਰੇਮ ਦੀ ਹੈ। ਉਹ ਇਹ ਦਰਵਾਜ਼ਾ ਆਪਣੇ ਸਿੱਖ ਨੂੰ ਦੇਣਾ ਚਾਹੁੰਦੇ ਹਨ, ਲੋਕਾਂ ਨੂੰ ਦੇਣਾ ਚਾਹੁੰਦੇ ਹਨ। ਸਾਰੀ ਦੁਨੀਆ ਨੂੰ ਆਪਣਾ ਪਰਿਵਾਰ ਕਿਹਾ ਹੈ ਗੁਰੂ ਨੇ। ਸਤਿਗੁਰੂ ਨੂੰ ਮਿਲ ਕੇ ਜੀਵਨ ਦੇ ਦਰਵਾਜ਼ੇ ਖੁੱਲ ਜਾਂਦੇ ਹਨ। ਇੱਕ ਐਕਸਪੀਰੀਅੰਸ ਜੀਵਨ ਦਾ ਖੁੱਲ ਜਾਂਦਾ ਹੈ। ਮਹਾਰਾਜ ਜੀਵਨ ਦੇ ਵਿੱਚ ਕੀ ਵਰਤ ਰਿਹਾ ਹੈ ਉਹ ਇੱਕ ਅਲੱਗ ਐਸਪੈਕਟ ਹੈ। ਔਰ ਜਦੋਂ ਇਸ ਮਨ ਨੂੰ ਸੰਭਾਲਾਂਗੇ, ਨਾਮ ਦੇ ਵਿੱਚ ਉਤਰਾਂਗੇ, ਤਾਂ ਫਿਰ ਨਾਮ ਦਾ ਅਕਸ ਸਾਰੇ ਜੀਵਨ ਵਿੱਚ ਬਹੇਗਾ। ਗੁਰੂ ਕਹਿੰਦੇ ਹਨ ਸਤਿਗੁਰ ਮਿਲੀਏ ਸੱਚ ਪਾਇਆ। ਸੱਚ ਨੂੰ ਪਾਉਣ ਵਾਸਤੇ ਗੁਰੂ ਨੂੰ ਮਿਲਣਾ ਹੈ। ਮਨ ਦੇ ਵਿੱਚ ਗੁਰੂ ਨੂੰ ਕਿਵੇਂ ਮਿਲਿਆ ਜਾ ਸਕਦਾ ਹੈ? ਜਦੋਂ ਮੈਂ ਆਪਣੇ ਮਨ ਨੂੰ ਅਰਪਣ ਕਰ ਦਿਆਂ ਔਰ ਗੁਰੂ ਦੇ ਮਨ ਨੂੰ ਆਪਣਾ ਬਣਾ ਲਵਾਂ। ਮੇਰਾ ਔਰ ਗੁਰੂ ਦਾ ਮਨ ਇੱਕ ਹੋ ਜੇ, ਯਾਨੀ ਇੱਕ ਮਨ ਹੋ ਜੇ, ਦੋ ਨਾ ਰਹੇ। ਸ਼ਬਦ ਔਰ ਸੁਰਤ ਦੀ ਇਹ ਬੜੀ ਨਿਰਾਲੀ ਖੇਡ ਹੈ, ਜਿਸ ਨੂੰ ਸਾਹਿਬ ਨੇ ਸਿੱਧ ਗੋਸ਼ਟ ਵਿੱਚ ਸਮਝਾਇਆ ਸੀ ਸਾਨੂੰ। ਤਾਂ ਮਨ ਨੂੰ ਇਕਾਗਰ ਕਰਨਾ, ਸ਼ਬਦ ਵਿੱਚ ਲੀਨ ਕਰ ਦੇਣਾ, ਜੀਵਨ ਨੂੰ ਬਦਲ ਦੇਣਾ ਹੈ। ਸ਼ਬਦ ਗੁਰੂ, ਸੁਰਤ ਧੁਨ ਚੇਲਾ, ਇੱਕ ਧੁਨ ਮਨ ਵਿੱਚ ਉਤਰ ਜਾਂਦੀ ਹੈ। ਫਿਰ ਪ੍ਰੇਮ ਦੀ ਧੁਨ, ਆਨੰਦ ਦੀ ਧੁਨ, ਸਦਾ ਵਿਗਾਸ ਦੀ ਧੁਨ। ਮਹਾਰਾਜ ਕਹਿੰਦੇ ਹਨ ਜਿਨ ਕੇ ਹਿਰਦੇ ਸੱਚ ਵਸਾਇਆ। ਹੁਣ ਇਹ ਪ੍ਰਸ਼ਨ ਉੱਠ ਸਕਦਾ ਹੈ ਕਿ ਇਹ ਐਕਸਪੀਰੀਅੰਸ ਕਿੱਧਰ ਹੋਏਗਾ?
ਮਹਾਰਾਜ ਕਹਿੰਦੇ ਨੇ ਹਿਰਦੇ ਵਿੱਚ ਹੋਏਗਾ। ਹਿਰਦੇ ਤੋਂ ਭਾਵ ਮਨ ਹੈ। ਮੇਰਾ ਮਨ ਨਾਮ ਨਾਲ ਜੁੜ ਜਾਏਗਾ ਤਾਂ ਨਾਮ ਵਿੱਚ ਉਹ ਵਰਖਾ ਹੋਏਗੀ ਆਨੰਦ ਦੀ, ਔਰ ਸੱਚ ਨੂੰ ਜਾਣ ਲਵਾਂਗੇ। ਜਿਨ ਕੇ ਹਿਰਦੇ ਸੱਚ ਵਸਾਇਆ, ਤਾਂ ਮਨ ਵਿੱਚ ਸੱਚ ਵਸ ਜਾਏਗਾ। ਸੱਚ ਤੋਂ ਕੀ ਭਾਵ ਹੈ? ਆਤਮ ਰਸ ਮਹਾਰਾਜ, ਆਤਮਾ, ਜਿਸ ਨੂੰ ਅਸੀਂ ਗੋਡ ਕਹਿ ਦਿੰਦੇ ਹਾਂ, ਰਿਅਲਾਈਜ਼ੇਸ਼ਨ ਕਹਿ ਦਿੰਦੇ ਹਾਂ। ਨਾਮ ਤਾਂ ਅਨੇਕਾਂ ਹੀ ਦੇ ਚੁੱਕੇ ਹਾਂ, ਪਰ ਜਾਣਨਾ ਔਰ ਨਾ ਜਾਣਨਾ, ਵੱਡਾ ਭੇਦ ਤਾਂ ਇੱਥੇ ਛਿਪਿਆ ਹੈ। ਮੈਂ ਆਪਣੇ ਜੀਵਨ ਵਿੱਚ ਉਹ ਮਿਹਨਤ ਕਰਾਂ ਜਿਹਦੇ ਨਾਲ ਇਸ ਅਵਸਥਾ ਨੂੰ ਜਾਣ ਲਵਾਂ, ਇਹਨੂੰ ਜੀ ਸਕਾਂ, ਜੀਂਦੇ ਜੀ, ਕਿਉਂਕਿ ਮੌਤ ਤੋਂ ਬਾਅਦ ਇਹ ਨਹੀਂ ਕਮਾਇਆ ਜਾ ਸਕਦਾ। ਐਸੇ ਜੀਵਨ ਵਿੱਚ ਤਾਂ ਗੁਰੂ ਕਹਿਣਾ ਮਿਹਨਤ ਤਾਂ ਕਰਨੀ ਪਏਗੀ। ਜੋ ਨਾਮ ਜਪਦਾ ਹੈ, ਅਸਲ ਮਿਹਨਤ ਉਹ ਕਰਦਾ ਹੈ। ਰਾਤ ਦੇ ਹਨੇਰੇ ਵਿੱਚ ਕਰੇ, ਦਿਨ ਵਿੱਚ ਕਰੇ। ਨਾਮ ਨੂੰ ਜਪਣ ਦਾ ਕੋਈ ਸਮਾਂ ਨਿਯਤ ਨਹੀਂ ਹੈ। ਵੈਸੇ ਆ ਜੀਵਨ, ਆ ਦਿਨ ਸਦਾ ਹੀ ਨਾਮ ਜਪਿਆ ਜਾ ਸਕਦਾ ਹੈ। ਪਰ ਗੁਰੂ ਨੇ ਇਹ ਜ਼ਰੂਰ ਕਿਹਾ ਹੈ ਕਿ ਅੰਮ੍ਰਿਤ ਵੇਲੇ ਪਿਛਲੀ ਰਾਤ ਜਗੋ ਔਰ ਨਾਮ ਜਪੋ। ਉਸ ਵੇਲੇ ਜਦੋਂ ਸਭ ਸੁੱਤੇ ਹੋਣ, ਤੁਸੀਂ ਜਗ ਕੇ ਗੁਰੂ ਨੂੰ ਲੱਭਣ ਦਾ ਯਤਨ ਕਰੋ। ਮਿਲ ਜਾਏਗਾ ਗੁਰੂ, ਇੱਕ ਦਿਨ ਜੀਵਨ ਵਿੱਚ ਉਤਰ ਆਏਗਾ, ਬਿਨਾਂ ਦੱਸੇ, ਬਿਨਾਂ ਖਟਕੇ। ਮਨ ਸਦਾ ਲਈ ਜੁੜ ਜਾਏਗਾ। ਫਿਰ ਮਹਾਰਾਜ ਨਾਨਕ ਭਗਤਾਂ ਸਦਾ ਵਿਗਾਸ, ਨਰ ਤੇ ਸੁਰ ਹੋਏ ਜਾਤ ਨਿਮਕ ਮੈਂ, ਸਤਿਗੁਰ ਬੁੱਧ ਸਿਖਲਾਈ। ਉਸ ਵਿਧੀ ਨੂੰ ਗੁਰੂ ਨੇ ਦੱਸ ਦੇਣਾ ਹੈ। ਜਦੋਂ ਗੁਰੂ ਮਿਲ ਜਾਏ, ਮੈਂ ਜੁੜ ਜਾਵਾਂਗਾ। ਫਿਰ ਸਨੇਹ ਸਨੇਹ ਆਜ਼ਾਦੀ ਮਿਲ ਜਾਏਗੀ। ਇਹ ਸੂਰਮੇ ਹਨ। ਅਸਲ ਸੂਰਮੇ ਔਰ ਅਸਲ ਜਿੱਤ ਜੀਵਨ ਦੀ ਇਹ ਹੈ। ਗੁਰੂ ਨੇ ਇਹ ਦੱਸਿਆ ਵੀ ਹੈ ਸਾਨੂੰ, ਸੂਰਾ ਸੋ ਪਹਿਚਾਨੀਏ। ਜਿਸ ਨੇ ਨਾਮ ਕਮਾਇਆ ਉਹ ਸੂਰਮਾ ਹੈ। ਜਿਸ ਨੂੰ ਰਾਮ ਨਾਮ ਦਾ ਰੰਗ ਚੜ੍ਹ ਗਿਆ, ਆਪਣੇ ਹੰਕਾਰ ਨੂੰ ਤਿਆਗ ਦਿੱਤਾ, ਉਹ ਸੂਰਮਾ ਹੈ। ਨਾਮ ਦੀ ਗੱਲ ਗੁਰੂ ਸਾਹਿਬ ਨੇ ਸਾਨੂੰ ਕਈ ਤਰ੍ਹਾਂ ਸਮਝਾਈ ਹੈ। ਜੀਵਨ ਨੂੰ ਬਦਲਣ ਦੀ ਵਿਧੀ ਦੱਸੀ ਹੈ। ਸਤਿਗੁਰੂ ਮਿਲੀਏ ਸੱਚ ਪਾਇਆ, ਜਿਨ ਕੇ ਹਿਰਦੇ ਸੱਚ ਵਸਾਇਆ। ਅਸੀਂ ਸਾਰੀ ਦੁਨੀਆ ਐਸੇ ਹਿਰਦੇ ਦੀ ਅਵਸਥਾ ਨੂੰ ਲੱਭਦੀ ਹੈ। ਲੱਭਦੀ ਕਿਧਰੇ ਹੋਰ ਹੈ ਕਿਧਰੇ ਹੋਰ। ਗੁਰੂ ਕਹਿ ਰਹੇ ਹਨ ਕਿ ਇਸ ਅਵਸਥਾ ਨੂੰ ਜਾਣਨ ਵਾਸਤੇ ਮਨ ਦੀ ਸੋਚ ਬਦਲਣੀ ਪਏਗੀ। ਈਗੋ ਮਾਈਂਡ ਤੋਂ, ਹੰਕਾਰੀ ਮਨ ਤੋਂ ਪਰੇ ਜਾਣਾ ਪਏਗਾ। ਅਗਰ ਨਹੀਂ ਜਾਵਾਂਗੇ ਤਾਂ ਕੀ ਹੋਏਗਾ ਮਹਾਰਾਜ? ਮੂਰਖ ਸੱਚ ਨਾ ਜਾਣਨੀ, ਮਨਮੁਖੀ ਜਨਮ ਗਵਾਇਆ। ਮਨਮੁਖੀ ਈਗੋ ਮਾਈਂਡ ਨੂੰ ਮੈਂ ਜਾਣਦਾ। ਮਨਮੁਖੀ ਗੁਰਮੁਖ ਦਾ ਮਨ ਤਾਂ ਉਹ ਹੈ ਜਿਹੜਾ ਗੁਰੂ ਨੂੰ ਮਿਲਣ ਤੋਂ ਬਾਅਦ ਬਣੇਗਾ। ਜਨਮ ਗਵਾ ਲਿਆ, ਬਹੁਤ ਕੁਝ ਚਾਹੇ ਕਮਾਇਆ ਹੋਏ, ਸ਼ੋਹਰਤ ਮਿਲੀ ਹੋਏ, ਅਨੇਕਾਂ ਹੀ ਦਾਨ ਕੀਤੇ ਹੋਣ, ਦਰਗਾਹ ਵਿੱਚ ਕੋਈ ਮੁੱਲ ਨਹੀਂ ਹੈ। ਦਰਗਾਹ ਤੋਂ ਭਾਵ ਮਹਾਰਾਜ ਉਸ ਮਨ ਦੀ ਅਵਸਥਾ ਜਿਹੜੀ ਮੌਤ ਤੋਂ ਪਰੇ ਹੈ। ਬਾਦਫਾ ਲੋਕ ਪੁੱਛਦੇ ਹਨ ਮੌਤ ਤੋਂ ਬਾਅਦ ਕੀ ਹੋਏਗਾ? ਆਪਣੇ ਮਨ ਦੀ ਅਵਸਥਾ ਟਟੋਲ ਲਈਏ, ਉਹੀ ਹੋਏਗਾ। ਮਨ ਬੇਚੈਨ ਹੈ, ਪਰੇਸ਼ਾਨ ਹੈ, ਤਾਂ ਉਸੇ ਤਰ੍ਹਾਂ ਰਹੇਗਾ। ਮਨ ਦੇ ਵਿੱਚ ਕੀ ਕਮਾਇਆ ਹੈ ਉਹ ਨਾਲ ਚੱਲੇਗਾ। ਨਾਮ ਕਮਾਇਆ ਹੈ ਤਾਂ ਖੇੜੇ ਵਿੱਚ ਰਹੇਗਾ, ਆਜ਼ਾਦ ਰਹੇਗਾ। ਨਹੀਂ ਕਮਾਇਆ ਤਾਂ ਇੱਕ ਮੂਵਮੈਂਟ ਵਿੱਚ ਸਦਾ ਬਹਿੰਦਾ ਰਹੇਗਾ। ਕਰਮਾਂ ਦੇ ਹਿਸਾਬ ਨਾਲ ਜੀਵਨ ਡਿਫਾਈਨ ਹੁੰਦਾ ਰਹੇਗਾ। ਇਹ ਸਿਰਫ ਗੁਰੂ ਕਹਿੰਦੇ ਹਨ ਗੱਲਾਂ ਨਹੀਂ ਹਨ, ਇਹਨੂੰ ਜੀਣਾ ਪੈਂਦਾ ਹੈ। ਫਿਰ ਕੁਝ ਵੀ ਕਰਮ ਕਰਾਂਗੇ ਉਹ ਭੁਗਤਣੇ ਪੈਣਗੇ, ਕਿਉਂਕਿ ਉਹਨਾਂ ਦਾ ਅਕਸ ਮੇਰੇ ਮਨ ਵਿੱਚ ਉਸੇ ਵੇਲੇ ਪੈ ਜਾਂਦਾ ਜਦੋਂ ਮੈਂ ਉਸ ਕਰਮ ਨੂੰ ਕਰਦਾ ਹਾਂ। ਇੱਕ ਮੂਵਮੈਂਟ ਵਿੱਚ ਸਦਾ ਬਹਿੰਦੇ ਰਹਿੰਦੇ ਹਾਂ। ਫਿਰ ਅਸੀਂ ਥਿਰ ਨਹੀਂ ਰਹਿੰਦੇ, ਜਿਸ ਨੂੰ ਲੋਕ ਕਹਿੰਦੇ ਨੇ ਰੈਸਟ ਇਨ ਪੀਸ। ਨਾ ਤਾਂ ਰੈਸਟ ਦਿਖੇਗਾ ਨਾ ਪੀਸ ਦਿਖੇਗੀ। ਉਹਦੇ ਲਈ ਨਾਮ ਜ਼ਰੂਰੀ ਹੈ, ਜੀਂਦੇ ਜੀ ਕਮਾ ਲੈਣਾ ਜ਼ਰੂਰੀ ਹੈ। ਪ੍ਰੇਮ ਦਾ ਮਤਲਬ ਕੀ ਹੋਇਆ ਮਹਾਰਾਜ? ਪ੍ਰੇਮ ਦੀ ਉਹ ਅਵਸਥਾ ਜਿਹੜੀ ਕੰਡੀਸ਼ਨਲੈਸ ਪ੍ਰੇਮ ਦੀ ਗੱਲ ਹੈ, ਜਿੱਥੇ ਕੋਈ
ऑब्जेक्ट, सिचुएशन, पर्सन नहीं है। प्रेम मन दे विच ही हाजिर है। सुनिए, दुख पाप का नाश, नानक भगता सदा विगास। उस घर दे जाण दी गल करदे हन जिथे निरंकार वसदा है, आत्मा वसदी है। पावनी भगत पाए कोडी अगर भाग रखे, ताहे गुर सर्ब निदान दान देते। हजूर फिर दसदे हन कि जदों असी इस तरह का जीवन नहीं जींदे तो जन्म गवा लिया असी। फिर एक बड़ा वड्डा प्रश्न उठाते हैं, विच दुनिया काहे आया, की करन आए सी इत्थे, इहनूं विचार तां लो, कादे लई आए। वो सब करन आए सी जिहड़ा राख ही हो के रह गया, कुछ नहीं मुल पिया उहदा। या फिर एक अपॉर्चुनिटी मिली है जीवन की जिसनूं कमाण आए सी, जिहड़ी गुरु अर्जन साहब दसदे हन सानूं कि यह मौका मिलिया है, इनू कमा लईए, नाम नूं, जीवन दे सत नूं जाण लईए। जिवें एक बोट मिली होए नदी नूं पार करन वास्ते, और असी नदी नूं पार ना करिए बट उस बोट नूं वरत के नदी नाल ही बहंदे जाइए, और फिर किसे पत्थर नाल टकरा के वो कलैप्स भी कर जाए और असी भी डुब जाइए। इस तरह का कुछ जिथे कोई मीनिंग ही नहीं रह गया है। पार तो गए नहीं, अपॉर्चुनिटी भी हाथों निकल गई। यह मन है, इस मन दे पार एक ओहो जिहा मन है जिथे सदा विगास है। कर्मां दे विच खेडांगे, करमी आपो अपनी, के नेड़े के दूर, तां ओ अपने कर्म भोगांगे अपने हिसाब नाल। पर असल जिसने मेहनत की उन्हें नाम कमाया। मांगो दान ठाकुर नाम, अवर कछु मेरे संग न चाले। बाकी सब राख होके रह जाएगा, केवल नाम नाल जाएगा। गुरु शब्द नूं कमाना, गुरु शब्द की हजूरी विच नित बैठना, उसे अभ्यास विच लगना, संगत बनानी, नाम लई। इसलिए नहीं कि मैं कोई लीडर बनना है या वोट लेने हैं या चौधर कमानी है। यह अंतर दी खेड है, अंतर ही चलती रहे। विच दुनिया काहे आया, सानू सब नूं विचारना चाहिए है। मैं कदे लई जी रहा हाँ, मैं कदे लई आया हाँ इत्थे, मैं असल विच जो कर रहा हाँ उसकी रियलिटी की है। यदि कसौटी बाणी भी हो सकती है, मेरी अपनी रियलाइजेशन भी हो सकती है जीवन बारे कि मैं कर की रहा हाँ, मेरा जीवन कित्थे जाएगा। पई प्राप्त मानुख दे हुरिया, गोबिंद मिलन की एह तेरी बरिया। अवर काज तेरे किते ना काम, मिल साध संगत भज केवल नाम। गुरु कहते हैं यदि अर्जेंसी समझो, यह अपॉर्चुनिटी कदों खत्म होनी है नहीं पता है सानू। हम आदमी हाँ एकदम ही, अगला श्वास आए कि ना आए कोई गारंटी नहीं है। गुरु कह रहे हैं कि यह जिहड़ा समा है उस अवस्था नूं प्राप्त करन दा है जिसनूं गोबिंद कहा है। मिलन दा समा है, जुड़न दा समा है, मन नूं जोड़न दा समा है महाराज। प्रेम नूं जानन दा समा है, निरंकार दी अवस्था नूं महसूस करन दा समा है महाराज। आत्मा दे रस नूं जान लैण दा समा है। उसनूं ना कीता तां साडी चॉइस है, रिपरकशनस भी साडे ने। पर गुरु कह रहा है कि केवल यही चीज़ कम आएगी, ऐ तां जरूर करनी है। अवर काज तेरे किते ना काम, वो किसे काम नहीं आने। तां संगत लभ लै, मैं भी लभदा हाँ, आप भी लभो। जिथे मिल बैठ दो अथरू बहा के गुरु नूं याद कर लईए, जीवन दा हल लभण दा यतन करिए, नाम नूं मन विच बसाण दा यतन करिए। केवल नाम। अज दा इत्थे ही डिस्कोर्स मैं खत्म करना चाहांगा, आराधना नाल, एक अरदास नाल। केवल नाम बख्श दिओ महाराज, जीवन पलट जाए हजूर। कुछ साडे ते किरपा करो, मेरियां भुल्लां खिमा कर देना आप सब।
ਗੁਰੂ ਸਾਹਿਬ ਨੂੰ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਦੀ ਬਾਣੀ ਦੇ ਇਹਨੇ ਵਿਚਾਰ ਦਾ ਸਮਾਂ ਮਿਲਦਾ ਹੈ ਮਹਾਰਾਜ। ਕੋਟਾਨ ਕੋਟ ਨਮਸਕਾਰ। ਪਾਤਸ਼ਾਹ ਦਰਵੇਸ਼ ਨੂੰ ਕੋਟਾਨ ਕੋਟ ਨਮਸਕਾਰ। ਧੰਨਵਾਦ ਹੈ ਮਹਾਰਾਜ।